ਮੇਰਾ ਨਾਂ ਜਸਮੀਤ ਹੈ। ਮੈਂ ਇੱਕ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੀ ਹਾਂ। ਮੇਰੇ ਘਰ ਵਿੱਚ ਮੇਰੇ ਮੰਮੀ ਪਾਪਾ ਅਤੇ ਮੇਰੇ 2 ਭਾਈ ਭੈਣ ਸਨ। ਮੈਂ ਘਰ ਦੀ ਸਭ ਤੋਂ ਵੱਡੀ ਕੁੜੀ ਹਾਂ। ਮੇਰੇ ਦੋਵੇਂ ਭਾਈ ਭੈਣ ਮੇਰੇ ਤੋਂ ਛੋਟੇ ਹਨ। ਮੇਰੇ ਪਾਪਾ ਇੰਨਾ ਕੁ ਕਮਾ ਲੈਂਦੇ ਸਨ ਕਿ ਸਾਡੇ ਘਰ ਦਾ ਗੁਜ਼ਾਰਾ ਹੋ ਜਾਂਦਾ ਸੀ। ਅਸੀਂ ਤਿੰਨੋਂ ਭੈਣ ਭਾਈ ਪੜ੍ਹ ਰਹੇ ਸੀ, ਪਰ ਸਾਡੀ ਉਮਰ ਵਧਣ ਦੇ ਨਾਲ ਸਾਡੇ ਖਰਚੇ ਵੀ ਵੱਧਦੇ ਜਾ ਰਹੇ ਸਨ। ਜਿਵੇਂ ਜਿਵੇਂ ਸਮਾਂ ਲੰਘਦਾ ਜਾ ਰਿਹਾ ਹੈ, ਮਹਿੰਗਾਈ ਵੀ ਵੱਧਦੀ ਜਾ ਰਹੀ ਹੈ, ਜਿਸ ਕਰਕੇ ਪਾਪਾ ਜਿੰਨਾ ਵੀ ਕਮਾਉਂਦੇ ਸਨ ਉਸ ਦੇ ਹਿਸਾਬ ਨਾਲ ਖਰਚੇ ਵੱਧਦੇ ਜਾ ਰਹੇ ਸਨ ਅਤੇ ਘਰ ਵਿੱਚ ਪਰੇਸ਼ਾਨੀਆਂ ਵੀ ਵਧਣ ਲੱਗੀਆਂ ਸਨ। ਮੈਨੂੰ ਪੜ੍ਹਨ ਦਾ ਬਹੁਤ ਸ਼ੌਂਕ ਸੀ, ਪਰ ਜਦੋਂ ਤੋਂ ਘਰ ਵਿੱਚ ਪੈਸਿਆਂ ਦੀ ਤੰਗੀ ਹੋਣ ਲੱਗੀ ਤਾਂ ਪਾਪਾ ਕਹਿਣ ਲੱਗੇ ਕਿ ਅਸੀਂ ਪੜ੍ਹਾਈ ਛੱਡ ਕੇ ਘਰ ਬੈਠ ਜਾਈਏ, ਪਰ ਮੈਂ ਉਹਨਾਂ ਦੀ ਗੱਲ ਕਦੇ ਵੀ ਮੰਨਣ ਲਈ ਤਿਆਰ ਨਹੀਂ ਹੁੰਦੀ ਸੀ। ਮੇਰੀ ਛੋਟੀ ਭੈਣ ਦਾ ਨਾਂ ਹਰਲੀਨ ਸੀ। ਉਹ ਪੜ੍ਹਾਈ ਵਿੱਚ ਇੰਨੀ ਹੁਸ਼ਿਆਰ ਨਹੀਂ ਸੀ, ਪਰ ਫਿਰ ਵੀ ਉਸਦੇ ਚੰਗੇ ਨੰਬਰ ਆ ਜਾਂਦੇ ਸਨ। ਉਹ ਬਹੁਤ ਵਧੀਆ ਨੰਬਰਾਂ ਵਿੱਚ ਪਾਸ ਹੋ ਜਾਂਦੀ ਸੀ। ਉਹ ਤਾਂ ਪੜ੍ਹਾਈ ਬਸ ਇਸ ਲਈ ਕਰ ਰਹੀ ਸੀ ਕਿਉਂਕਿ ਉਸਨੂੰ ਲੱਗਦਾ ਸੀ ਕਿ ਉਸਦੀ ਹਾਲੇ ਪੜ੍ਹਨ ਦੀ ਉਮਰ ਹੈ, ਉਸਨੂੰ ਹਾਲੇ ਹੋਰ ਕੋਈ ਕੰਮ ਨਹੀਂ ਆਉਂਦਾ, ਇਸ ਲਈ ਇਸ ਤੋਂ ਚੰਗਾ ਹੈ ਕਿ ਉਹ ਪੜ੍ਹਾਈ ਹੀ ਕਰ ਲਵੇ। ਪਰ ਘਰ ਵਿੱਚ ਪਰੇਸ਼ਾਨੀ ਦੇਖਦੇ ਹੋਏ ਉਸਨੇ ਸਭ ਤੋਂ ਪਹਿਲਾਂ ਕਾਲਜ ਜਾਣਾ ਬੰਦ ਕਰ ਦਿੱਤਾ, ਜਿਸ ਕਰਕੇ ਮੰਮੀ ਪਾਪਾ ਉਸਨੂੰ ਬਹੁਤ ਸਰਾਹੁੰਦੇ ਸਨ ਕਿ ਉਹਨਾਂ ਦੀ ਕੁੜੀ ਉਹਨਾਂ ਦੇ ਹਾਲਾਤਾਂ ਨੂੰ ਸਮਝਦੀ ਹੈ। ਮੈਨੂੰ ਪਤਾ ਸੀ ਕਿ ਮੇਰੇ ਮੰਮੀ ਪਾਪਾ ਇਹ ਗੱਲਾਂ ਸਿਰਫ ਮੈਨੂੰ ਸੁਣਾਉਣ ਲਈ ਹੀ ਕਹਿੰਦੇ ਸਨ, ਇਸ ਲਈ ਮੈਂ ਅਜਿਹੀਆਂ ਗੱਲਾਂ ਇੱਕ ਕੰਨ ਵਿੱਚੋਂ ਸੁਣ ਕੇ ਦੂਜੇ ਕੰਨ ਵਿੱਚੋਂ ਕੱਢ ਦਿੰਦੀ ਸੀ। ਮੇਰੀ ਛੋਟੀ ਭੈਣ ਆਪਣੀ ਤਾਰੀਫ ਸੁਣ ਕੇ ਬਹੁਤ ਖੁਸ਼ ਹੁੰਦੀ ਸੀ, ਪਰ ਕੁਝ ਹੀ ਦਿਨਾਂ ਵਿੱਚ ਉਹ ਘਰ ਬੈਠੇ ਬੈਠੇ ਬੋਰ ਹੋ ਗਈ। ਉਸਨੂੰ ਤਾਂ ਲੱਗਦਾ ਸੀ ਕਿ ਉਹ ਪੜ੍ਹਾਈ ਛੱਡ ਕੇ ਘਰ ਵਿੱਚ ਮਜ਼ੇ ਕਰੇਗੀ, ਪਰ ਅਜਿਹਾ ਕੁਝ ਵੀ ਨਹੀਂ ਹੋਇਆ, ਬਲਕਿ ਮੰਮੀ ਉਸਨੂੰ ਘਰ ਦੇ ਕੰਮਾਂ ਵਿੱਚ ਲਗਾ ਕੇ ਰੱਖਦੀ ਸੀ, ਜਿਨ੍ਹਾਂ ਤੋਂ ਉਹ ਪਹਿਲਾਂ ਹੀ ਕਤਰਾਉਂਦੀ ਸੀ। ਉਹ ਮੇਰੇ ਸਾਹਮਣੇ ਸ਼ਿਕਾਇਤ ਕਰਦੀ ਸੀ ਕਿ ਹੁਣ ਉਹ ਘਰ ਵਿੱਚ ਇੱਕ ਕੰਮ ਵਾਲੀ ਬਣ ਕੇ ਰਹਿ ਗਈ ਹੈ। ਮੈਂ ਉਸਨੂੰ ਕਹਿੰਦੀ ਸੀ ਕਿ ਤੈਨੂੰ ਵੀ ਸ਼ੌਂਕ ਸੀ ਪੜ੍ਹਾਈ ਛੱਡਣ ਦਾ। ਅਸੀਂ ਦੋਵੇਂ ਭੈਣਾਂ ਇੱਕ ਦੂਜੇ ਨੂੰ ਬਹੁਤ ਖਿਜਾਉਂਦੀਆਂ ਸੀ, ਪਰ ਫਿਰ ਵੀ ਸਾਡੇ ਵਿੱਚ ਬਹੁਤ ਪਿਆਰ ਸੀ। ਸਾਡਾ ਛੋਟਾ ਭਾਈ ਮੰਮੀ ਪਾਪਾ ਦੇ ਨਾਲ ਸਾਡਾ ਵੀ ਬਹੁਤ ਲਾਡਲਾ ਸੀ। ਮੇਰੀ ਭੈਣ ਦਿਲੋਂ ਬਹੁਤ ਚੰਗੀ ਸੀ। ਉਸਨੇ ਪਾਪਾ ਦੀ ਪਰੇਸ਼ਾਨੀ ਨੂੰ ਦੇਖਦੇ ਹੋਏ ਜਲਦੀ ਹੀ ਆਪਣੀ ਪੜ੍ਹਾਈ ਛੱਡ ਦਿੱਤੀ, ਪਰ ਜਦੋਂ ਉਸਨੇ ਦੇਖਿਆ ਕਿ ਪਾਪਾ ਦੀਆਂ ਮੁਸ਼ਕਲਾਂ ਘੱਟ ਨਹੀਂ ਹੋ ਰਹੀਆਂ ਤਾਂ ਉਹ ਉਸਦਾ ਹੱਲ ਲੱਭਣ ਲੱਗੀ। ਇਸ ਲਈ ਉਸਨੇ ਸਕੂਲ ਵਿੱਚ ਟੀਚਰ ਦੀ ਨੌਕਰੀ ਲੱਭਣੀ ਸ਼ੁਰੂ ਕਰ ਦਿੱਤੀ। ਮੈਂ ਉਸਨੂੰ ਕਿਹਾ ਕਿ ਤੇਰਾ ਪੜ੍ਹਾਈ ਛੱਡਣ ਦਾ ਕੀ ਫਾਇਦਾ, ਤੈਨੂੰ ਦੁਬਾਰਾ ਉਸੇ ਰੂਟੀਨ 'ਤੇ ਆਉਣਾ ਪਵੇਗਾ। ਸਵੇਰੇ ਜਲਦੀ ਉੱਠਣਾ, ਸਕੂਲ ਜਾਣਾ, ਦੁਪਹਿਰ ਨੂੰ ਥੱਕੇ ਹਾਰੇ ਘਰ ਵਾਪਸ ਆਉਣਾ। ਮੇਰੀ ਗੱਲ ਸੁਣ ਕੇ ਉਸਨੇ ਲੰਬਾ ਸਾਹ ਲੈਂਦੇ ਹੋਏ ਕਿਹਾ, ਦੀਦੀ ਤੂੰ ਠੀਕ ਕਹਿ ਰਹੀ ਹੈ, ਮੈਂ ਪੜ੍ਹਾਈ ਵੀ ਇਹਨਾਂ ਕਾਰਨਾਂ ਕਰਕੇ ਹੀ ਛੱਡੀ ਸੀ, ਪਰ ਹੁਣ ਮੈਂ ਘਰ ਵਿੱਚ ਵਿਹਲੀ ਬੈਠ ਕੇ ਬੋਰ ਹੋ ਗਈ ਹਾਂ ਅਤੇ ਘਰ ਦੇ ਕੰਮ ਵੀ ਮੇਰਾ ਪਿੱਛਾ ਨਹੀਂ ਛੱਡਦੇ। ਮੈਨੂੰ ਇਹ ਸਾਰੇ ਕੰਮ ਕਰਨਾ ਬਿਲਕੁਲ ਵੀ ਪਸੰਦ ਨਹੀਂ ਹੈ, ਪਰ ਮੈਂ ਪਾਪਾ ਲਈ ਉਹਨਾਂ ਦੀ ਕਮਾਈ ਵਿੱਚ ਹੱਥ ਵਟਾਉਣਾ ਚਾਹੁੰਦੀ ਹਾਂ ਤਾਂ ਜੋ ਉਹਨਾਂ ਦਾ ਵੀ ਕੁਝ ਫਾਇਦਾ ਹੋ ਜਾਵੇ। ਮੇਰੀ ਭੈਣ ਆਪਣੇ ਮਾਂ-ਬਾਪ ਨੂੰ ਮੁਸ਼ਕਿਲ ਵਿੱਚ ਨਹੀਂ ਦੇਖ ਸਕਦੀ ਸੀ। ਆਪਣੀ ਭੈਣ ਦੀਆਂ ਇੰਨੀਆਂ ਚੰਗੀਆਂ ਗੱਲਾਂ ਸੁਣ ਕੇ ਮੈਂ ਉਸਦਾ ਹੌਸਲਾ ਵਧਾਇਆ ਕਿ ਉਹ ਮੇਰੇ ਤੋਂ ਛੋਟੇ ਹੋਣ ਦੇ ਬਾਵਜੂਦ ਵੀ ਕਿੰਨਾ ਚੰਗਾ ਸੋਚਦੀ ਹੈ, ਪਰ ਇਹ ਸਭ ਕੁਝ ਥੋੜ੍ਹੀ ਦੇਰ ਲਈ ਹੀ ਸੀ। ਉਸ ਤੋਂ ਬਾਅਦ ਅਸੀਂ ਫਿਰ ਇੱਕ ਦੂਜੇ ਉੱਪਰ ਕਮੈਂਟ ਪਾਸ ਕਰਨੇ ਅਤੇ ਇੱਕ ਦੂਜੇ ਨੂੰ ਚਿੜਾਉਣ ਲੱਗੀਆਂ। ਜਿਸ ਥਾਂ 'ਤੇ ਮੇਰਾ ਘਰ ਸੀ ਉਸ ਜਗ੍ਹਾ ਮੁਹੱਲੇ ਦੇ ਨਾਲ ਇੱਕ ਨਵੀਂ ਕਲੋਨੀ ਬਣ ਰਹੀ ਸੀ। ਉੱਥੇ ਨਵੇਂ ਘਰ ਬਣ ਰਹੇ ਸਨ। ਉਹ ਬਹੁਤ ਵੱਡੇ ਅਤੇ ਖੂਬਸੂਰਤ ਸਨ, ਜਿਨ੍ਹਾਂ ਨੂੰ ਦੇਖਦੇ ਹੀ ਅੱਖਾਂ ਅੱਡੀਆਂ ਰਹਿ ਜਾਂਦੀਆਂ ਸਨ। ਦੇਖਦੇ ਹੀ ਦੇਖਦੇ ਉੱਥੇ ਬਹੁਤ ਸਾਰੇ ਨਵੇਂ ਘਰ ਬਣ ਗਏ। ਸਾਡੀਆਂ ਸਭ ਦੀਆਂ ਨਜ਼ਰਾਂ ਉਹਨਾਂ ਘਰਾਂ ਅਤੇ ਉੱਥੇ ਰਹਿਣ ਵਾਲੇ ਲੋਕਾਂ ਉੱਪਰ ਰਹਿੰਦੀਆਂ ਸਨ। ਉਸ ਕਲੋਨੀ ਵਿੱਚ ਬਹੁਤ ਵਧੀਆ ਕੁਆਲਿਟੀ ਦਾ ਕੰਮ ਹੋ ਰਿਹਾ ਸੀ। ਉੱਥੇ ਇੱਕ ਹਸਪਤਾਲ ਅਤੇ ਇੱਕ ਪ੍ਰਾਈਵੇਟ ਸਕੂਲ ਵੀ ਬਣ ਰਿਹਾ ਸੀ। ਮੇਰੀ ਭੈਣ ਇੱਥੇ ਹੀ ਕੰਮ ਕਰਨ ਬਾਰੇ ਸੋਚ ਰਹੀ ਸੀ। ਉਹ ਇੰਟਰਵਿਊ ਦੇ ਕੇ ਆ ਗਈ। ਹੁਣ ਉਸਨੂੰ ਬੁਲਾਵੇ ਦਾ ਇੰਤਜ਼ਾਰ ਸੀ। ਉਸਦੀ ਪੜ੍ਹਾਈ ਦੇਖਣ ਦੇ ਬਾਵਜੂਦ ਸਕੂਲ ਵਾਲਿਆਂ ਨੇ ਉਸਨੂੰ ਵਧੀਆ ਸੈਲਰੀ ਆਫਰ ਕੀਤੀ, ਜਿਸ ਨੂੰ ਸੁਣ ਕੇ ਮੇਰੀ ਭੈਣ ਬਹੁਤ ਖੁਸ਼ ਹੋਈ। ਉਸਨੂੰ ਖੁਸ਼ ਦੇਖ ਕੇ ਪਹਿਲਾਂ ਤਾਂ ਮੈਂ ਉਸਨੂੰ ਚਿੜਾਉਣ ਲੱਗੀ ਕਿ ਸਕੂਲ ਵਾਲੇ ਪਾਗਲ ਹੋ ਗਏ ਹਨ, ਜੋ ਕਾਬਲੀਅਤ ਦੇਖੇ ਬਿਨਾਂ ਹੀ ਇੰਨੀ ਵਧੀਆ ਸੈਲਰੀ ਆਫਰ ਕਰ ਰਹੇ ਹਨ। ਪਰ ਫਿਰ ਮੈਂ ਉਸਦੇ ਚਮਕਦੇ ਚਿਹਰੇ ਨੂੰ ਦੇਖ ਕੇ ਚੁੱਪ ਕਰ ਗਈ।
ਅਤੇ ਉਸ ਨੂੰ ਵਧਾਈਆਂ ਦੇਣ ਲੱਗੀ। ਇੱਕ ਵਾਰ ਫਿਰ ਮੰਮੀ ਪਾਪਾ ਉਸ ਤੋਂ ਬਹੁਤ ਜ਼ਿਆਦਾ ਖੁਸ਼ ਹੋ ਗਏ। ਉਹ ਉਸ ਦੀ ਬਹੁਤ ਤਾਰੀਫ ਕਰਨ ਲੱਗੇ, ਜਿਸ ਕਰਕੇ ਉਹ ਮੈਨੂੰ ਚੜਾਉਣ ਲੱਗੀ ਅਤੇ ਕਹਿਣ ਲੱਗੀ, ਦੇਖ ਮੇਰੀ ਘਰ ਵਿੱਚ ਕਿੰਨੀ ਵੈਲਿਊ ਹੈ, ਸਭ ਮੇਰੀ ਕਿੰਨੀ ਤਾਰੀਫ ਕਰਦੇ ਹਨ। ਇਹ ਸੁਣ ਕੇ ਮੈਂ ਉਸ ਨੂੰ ਬਸ ਅੱਖਾਂ ਦਿਖਾਉਂਦੀ ਰਹਿ ਜਾਂਦੀ। ਇਸੇ ਤਰ੍ਹਾਂ ਲੜਦੇ ਝਗੜਦੇ ਮੇਰੀ ਛੋਟੀ ਭੈਣ, ਜੋ ਕਿ ਮੈਨੂੰ ਕੁਝ ਗੈਰ ਜ਼ਿੰਮੇਦਾਰ ਲੱਗਦੀ ਸੀ, ਅੱਜ ਉਹ ਆਪਣੀ ਟੀਚਰ ਦੀ ਸੀਟ ਨੂੰ ਬਹੁਤ ਵਧੀਆ ਤਰੀਕੇ ਨਾਲ ਸੰਭਾਲ ਰਹੀ ਸੀ। ਸਭ ਉਸ ਦੀ ਤਾਰੀਫ ਕਰਦੇ ਸਨ। ਉਸ ਨੂੰ ਹਰ ਮਹੀਨੇ ਮਿਲਣ ਵਾਲੀ ਤਨਖਾਹ ਨਾਲ ਘਰ ਦੇ ਹਾਲਾਤਾਂ ਵਿੱਚ ਬਹੁਤ ਸੁਧਾਰ ਹੋਇਆ ਸੀ। ਜਿਸ ਸਕੂਲ ਵਿੱਚ ਉਹ ਨੌਕਰੀ ਕਰ ਰਹੀ ਸੀ, ਉੱਥੇ ਆਦਮੀ ਅਤੇ ਔਰਤਾਂ ਦੋਵੇਂ ਹੀ ਜੌਬ ਕਰਦੇ ਸਨ। ਉਸ ਦੀ ਸਭ ਨਾਲ ਬਹੁਤ ਵਧੀਆ ਬੋਲਚਾਲ ਸੀ। ਪਹਿਲਾਂ ਤਾਂ ਉਹ ਕੁਝ ਪਰੇਸ਼ਾਨ ਅਤੇ ਉਦਾਸ ਹੁੰਦੀ ਸੀ ਕਿ ਪਤਾ ਨਹੀਂ ਉਹ ਇਹ ਸਭ ਕੁਝ ਚੰਗੀ ਤਰ੍ਹਾਂ ਕਰ ਪਾਵੇਗੀ ਜਾਂ ਨਹੀਂ, ਪਰ ਹੌਲੀ-ਹੌਲੀ ਉਸ ਨੂੰ ਇਸ ਕੰਮ ਦੀ ਆਦਤ ਹੋਣ ਲੱਗੀ ਅਤੇ ਉਹ ਬਹੁਤ ਖੁਸ਼ ਸੀ ਕਿ ਪੜ੍ਹਨ ਤੋਂ ਜ਼ਿਆਦਾ ਆਸਾਨ ਪੜ੍ਹਾਉਣਾ ਹੁੰਦਾ ਹੈ। ਉਹ ਆਪਣੀ ਸਾਰੀ ਤਨਖਾਹ ਪਾਪਾ ਦੇ ਹੱਥਾਂ ਵਿੱਚ ਲਿਆ ਕੇ ਰੱਖਦੀ ਸੀ, ਜਿਸ ਨਾਲ ਪਾਪਾ ਨੂੰ ਉਸ ਉੱਪਰ ਬਹੁਤ ਮਾਣ ਹੁੰਦਾ ਸੀ। ਸਭ ਆਪਣੀ ਆਪਣੀ ਜ਼ਿੰਦਗੀ ਵਿੱਚ ਮਸਤ ਸਨ। ਉਹਨਾਂ ਹੀ ਦਿਨਾਂ ਵਿੱਚ ਮੈਨੂੰ ਆਪਣੀ ਛੋਟੀ ਭੈਣ ਕੁਝ ਪਰੇਸ਼ਾਨ ਦਿਸਣ ਲੱਗੀ। ਪਹਿਲਾਂ ਤਾਂ ਮੈਨੂੰ ਲੱਗਿਆ ਕਿ ਸ਼ਾਇਦ ਮੈਨੂੰ ਕੁਝ ਗਲਤਫਹਿਮੀ ਹੋ ਰਹੀ ਹੈ। ਉਹ ਥੱਕ ਜਾਂਦੀ ਹੈ, ਇਸ ਲਈ ਇੰਨੀ ਪਰੇਸ਼ਾਨ ਰਹਿੰਦੀ ਹੈ। ਕੁਝ ਦਿਨਾਂ ਤੱਕ ਜਦੋਂ ਮੈਂ ਉਸਦੇ ਚਿਹਰੇ 'ਤੇ ਲਗਾਤਾਰ ਪਰੇਸ਼ਾਨੀ ਦੇਖੀ ਤਾਂ ਮੈਂ ਉਸ ਨੂੰ ਇਸ ਦਾ ਕਾਰਨ ਪੁੱਛ ਹੀ ਲਿਆ। ਪਹਿਲਾਂ ਤਾਂ ਉਹ ਮੈਨੂੰ ਕੁਝ ਵੀ ਦੱਸਣ ਤੋਂ ਕਤਰਾਉਂਦੀ ਰਹੀ, ਪਰ ਫਿਰ ਜਦੋਂ ਮੈਂ ਜ਼ਬਰਦਸਤੀ ਕੀਤੀ ਤਾਂ ਉਸਨੇ ਮੈਨੂੰ ਦੱਸ ਹੀ ਦਿੱਤਾ। ਉਸਨੇ ਕਿਹਾ ਕਿ ਉਸਦੇ ਨਾਲ ਜੋ ਮੁੰਡੇ ਕੰਮ ਕਰਦੇ ਹਨ, ਉਹ ਉਹਨਾਂ ਤੋਂ ਪਰੇਸ਼ਾਨ ਹੈ। ਉਹਨਾਂ ਦੀਆਂ ਆਦਤਾਂ ਠੀਕ ਨਹੀਂ ਹਨ। ਉਹ ਉਹਨਾਂ ਦੀ ਮੌਜੂਦਗੀ ਵਿੱਚ ਆਪਣੇ ਆਪ ਨੂੰ ਬਹੁਤ ਬੇਚੈਨ ਮਹਿਸੂਸ ਕਰਦੀ ਹੈ। ਇਹ ਸਭ ਕਹਿਣ ਦੇ ਨਾਲ ਹੀ ਉਹ ਕਹਿਣ ਲੱਗੀ ਕਿ ਪਤਾ ਨਹੀਂ ਅਜਿਹਾ ਕੁਝ ਹੈ ਵੀ ਜਾਂ ਨਹੀਂ, ਪਤਾ ਨਹੀਂ ਉਹ ਹੀ ਕੁਝ ਜ਼ਿਆਦਾ ਸੋਚ ਰਹੀ ਹੈ। ਮਤਲਬ ਉਹ ਕਨਫਿਊਜ਼ ਹੋ ਰਹੀ ਸੀ। ਮੈਂ ਉਸ ਨੂੰ ਕਿਹਾ ਕਿ ਉਹ ਜ਼ਿਆਦਾ ਪਰੇਸ਼ਾਨ ਨਾ ਹੋਵੇ। ਜੇਕਰ ਉਹ ਚਾਹੇ ਤਾਂ ਇਹ ਨੌਕਰੀ ਛੱਡ ਸਕਦੀ ਹੈ ਅਤੇ ਕਿਸੇ ਹੋਰ ਸਕੂਲ ਵਿੱਚ ਜਾ ਸਕਦੀ ਹੈ। ਮੈਂ ਉਸ ਨੂੰ ਸਮਝਾਇਆ ਉਹ ਆਪਣੇ ਦਿਮਾਗ ਉੱਪਰ ਜ਼ਿਆਦਾ ਜ਼ੋਰ ਨਾ ਪਾਵੇ ਅਤੇ ਇਸ ਗੱਲ ਨੂੰ ਆਪਣੇ ਦਿਲ ਵਿੱਚੋਂ ਕੱਢ ਦੇਵੇ। ਮੈਂ ਹਰ ਤਰੀਕੇ ਨਾਲ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਅਤੇ ਉਸ ਨੂੰ ਤਸੱਲੀ ਦਿੱਤੀ। ਮੇਰੀ ਗੱਲ ਸੁਣ ਕੇ ਉਸਨੇ ਹਾਂ ਵਿੱਚ ਸਿਰ ਹਿਲਾ ਦਿੱਤਾ ਅਤੇ ਕਿਹਾ ਉਹ ਇਸ ਤਰ੍ਹਾਂ ਹੀ ਕਰੇਗੀ। ਪਰ ਉਸਦੇ ਕੁਝ ਕਰਨ ਤੋਂ ਪਹਿਲਾਂ ਹੀ ਜੋ ਕੁਝ ਹੋਇਆ, ਉਸ ਨਾਲ ਤਾਂ ਅਸੀਂ ਜਿਉਂਦੇ ਜੀ ਹੀ ਮਰ ਗਏ। ਉਸ ਹਾਦਸੇ ਨੇ ਜਿਵੇਂ ਮੈਨੂੰ ਪਛਤਾਵੇ ਦੀ ਦਲਦਲ ਵਿੱਚ ਧਕੇਲ ਦਿੱਤਾ ਸੀ। ਮੇਰੀ ਭੈਣ ਨੇ ਨੌਕਰੀ ਛੱਡਣ ਤੋਂ ਪਹਿਲਾਂ ਘਰ ਵਿੱਚ ਮੰਮੀ ਪਾਪਾ ਨਾਲ ਗੱਲ ਕੀਤੀ ਸੀ, ਜਿਸ ਨੂੰ ਸੁਣ ਕੇ ਮੰਮੀ ਪਾਪਾ ਬਹੁਤ ਪਰੇਸ਼ਾਨ ਹੋ ਗਏ ਅਤੇ ਉਸ ਨੂੰ ਨੌਕਰੀ ਛੱਡਣ ਦੀ ਵਜ੍ਹਾ ਪੁੱਛਣ ਲੱਗੇ। ਪਰ ਉਹ ਮੰਮੀ ਪਾਪਾ ਨੂੰ ਉਹ ਸਭ ਕੁਝ ਨਾ ਦੱਸ ਸਕੀ ਜੋ ਉਸਨੇ ਮੈਨੂੰ ਕਿਹਾ ਸੀ। ਜਦੋਂ ਉਸਨੇ ਨੌਕਰੀ ਛੱਡਣ ਦੀ ਜ਼ਿਆਦਾ ਹੀ ਜਿੱਦ ਕੀਤੀ ਤਾਂ ਮੰਮੀ ਪਾਪਾ ਨੇ ਕਿਹਾ, ਠੀਕ ਹੈ, ਜਿਵੇਂ ਤੇਰਾ ਦਿਲ ਕਰੇ ਤੂੰ ਉਸੇ ਤਰ੍ਹਾਂ ਕਰ, ਸਾਨੂੰ ਕੋਈ ਪਰੇਸ਼ਾਨੀ ਨਹੀਂ ਹੈ। ਇਹ ਗੱਲ ਸੁਣ ਕੇ ਮੇਰੀ ਭੈਣ ਬਹੁਤ ਖੁਸ਼ ਹੋ ਗਈ ਅਤੇ ਉਸਨੇ ਸੋਚਿਆ ਕਿ ਉਹ ਜਲਦੀ ਹੀ ਇਸ ਸਕੂਲ ਨੂੰ ਛੱਡ ਕੇ ਦੂਜੇ ਸਕੂਲ ਵਿੱਚ ਨੌਕਰੀ ਲੱਭ ਲਵੇਗੀ। ਉੱਥੇ ਭਾਵੇਂ ਉਸਦੀ ਤਨਖਾਹ ਥੋੜ੍ਹੀ ਘੱਟ ਕਿਉਂ ਨਾ ਹੋਵੇ, ਪਰ ਉਹ ਦੂਜੀ ਜਗ੍ਹਾ ਸੇਫ ਤਾਂ ਹੋਵੇਗੀ। ਹਾਲੇ ਮੇਰੀ ਭੈਣ ਨੇ ਨੌਕਰੀ ਛੱਡੀ ਨਹੀਂ ਸੀ ਕਿ ਪਾਪਾ ਦੀ ਤਬੀਅਤ ਬਹੁਤ ਖਰਾਬ ਹੋ ਗਈ ਅਤੇ ਉਹ ਕੰਮ ਛੱਡ ਕੇ ਘਰ ਵਿੱਚ ਰਹਿਣ ਲੱਗੇ। ਹੁਣ ਸਾਰੇ ਘਰ ਦਾ ਖਰਚ ਮੇਰੀ ਭੈਣ ਦੇ ਸਿਰ ਉੱਪਰ ਆ ਗਿਆ ਸੀ ਅਤੇ ਉਸਨੇ ਆਪਣੀ ਸਕੂਲ ਛੱਡਣ ਦੀ ਰਾਏ ਬਦਲ ਦਿੱਤੀ। ਇਹ ਉਸਦੀ ਸਭ ਤੋਂ ਵੱਡੀ ਗਲਤੀ ਸੀ। ਜਿਨ੍ਹਾਂ ਗੱਲਾਂ ਦਾ ਉਸਦੇ ਮਨ ਵਿੱਚ ਡਰ ਸੀ, ਉਹ ਸਭ ਕੁਝ ਸੱਚ ਸਾਬਿਤ ਹੋ ਗਿਆ। ਉਹ ਆਪਣੀ ਇੱਜ਼ਤ ਗਵਾ ਚੁੱਕੀ ਸੀ। ਜਿਸ ਦਿਨ ਉਸਦੇ ਨਾਲ ਇਹ ਹਾਦਸਾ ਹੋਇਆ, ਉਸ ਦਿਨ ਉਹ ਲਗਭਗ ਪਾਗਲ ਹੋ ਗਈ। ਉਹ ਘਰ ਵਾਪਸ ਨਹੀਂ ਆਈ ਅਤੇ ਮੇਰੇ ਦਿਲ ਨੂੰ ਇੱਕ ਅਜੀਬ ਜਿਹਾ ਧੱਕਾ ਲੱਗਿਆ। ਮੈਂ ਪਾਪਾ ਨੂੰ ਕਿਹਾ ਤਾਂ ਉਹਨਾਂ ਨੇ ਕਿਹਾ ਆ ਜਾਵੇਗੀ, ਕਦੇ-ਕਦੇ ਦੇਰ ਸਵੇਰ ਹੋ ਹੀ ਜਾਂਦੀ ਹੈ, ਕਿਸੇ ਕੰਮ ਵਿੱਚ ਲੱਗ ਗਈ ਹੋਵੇਗੀ। ਪਰ ਮੈਨੂੰ ਲੱਗਿਆ ਕਿ ਹੁਣ ਜ਼ਿਆਦਾ ਹੀ ਦੇਰ ਹੋ ਚੁੱਕੀ ਹੈ। ਮੈਂ ਆਪਣੇ ਛੋਟੇ ਭਾਈ ਨੂੰ ਨਾਲ ਲੈ ਕੇ ਸਕੂਲ ਵੱਲ ਚਲੀ ਗਈ। ਮੈਨੂੰ ਆਪਣੇ ਮੰਮੀ ਪਾਪਾ 'ਤੇ ਹੈਰਾਨੀ ਹੋ ਰਹੀ ਸੀ ਕਿ ਉਹ ਕੁਝ ਜ਼ਿਆਦਾ ਹੀ ਲਾਪਰਵਾਹੀ ਤੋਂ ਕੰਮ ਲੈ ਰਹੇ ਸਨ। ਜਦੋਂ ਅਸੀਂ ਸਕੂਲ ਪਹੁੰਚੇ ਤਾਂ ਉੱਥੇ ਸਿਰਫ ਗੇਟ 'ਤੇ ਸਿਕਿਉਰਿਟੀ ਗਾਰਡ ਹੀ ਬੈਠਾ ਹੋਇਆ ਸੀ। ਬਾਕੀ ਪੂਰਾ ਸਕੂਲ ਖਾਲੀ ਹੋ ਚੁੱਕਿਆ ਸੀ। ਮੈਂ ਉਸ ਨੂੰ ਆਪਣੀ ਭੈਣ ਬਾਰੇ ਪੁੱਛਿਆ ਤਾਂ ਉਸ ਨੂੰ ਕੁਝ ਵੀ ਪਤਾ ਨਹੀਂ ਸੀ। ਮੈਂ ਸਿਕਿਉਰਿਟੀ ਗਾਰਡ ਤੋਂ ਸਕੂਲ ਦੇ ਅੰਦਰ ਜਾਣ ਦੀ ਇਜਾਜ਼ਤ ਲਈ ਅਤੇ ਅੰਦਰ ਜਾ ਕੇ ਸਾਰਾ ਸਕੂਲ ਛਾਣ ਮਾਰਿਆ ਅਤੇ ਮੈਨੂੰ ਆਪਣੀ ਭੈਣ ਇੱਕ ਕੋਨੇ ਵਿੱਚ ਸਿਸਕੀਆਂ ਲੈਂਦੀ ਹੋਈ ਮਿਲ ਹੀ ਗਈ।
ਉਸ ਦੀ ਹਾਲਤ ਦੇਖ ਕੇ ਮੇਰੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ। ਮੈਂ ਉਸ ਨੂੰ ਨੇੜੇ ਪਈ ਇੱਕ ਚਾਦਰ ਨਾਲ ਢੱਕਿਆ। ਉਸ ਦੀ ਹਾਲਤ ਬਹੁਤ ਖਰਾਬ ਹੋ ਰਹੀ ਸੀ। ਮੇਰੇ ਹੋਸ਼ੋ ਹਵਾਸ ਉੱਡ ਚੁੱਕੇ ਸਨ। ਮੈਂ ਫਟਾਫਟ ਪਾਪਾ ਨੂੰ ਫੋਨ ਕਰਕੇ ਸਕੂਲ ਆਉਣ ਲਈ ਕਿਹਾ, ਜਿਸ ਨਾਲ ਉਹ ਵੀ ਘਬਰਾਉਂਦੇ ਹੋਏ ਸਕੂਲ ਆ ਗਏ। ਅਸੀਂ ਉਸ ਨੂੰ ਹਸਪਤਾਲ ਲੈ ਗਏ। ਹਸਪਤਾਲ ਪਹੁੰਚ ਕੇ ਸਾਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਮੇਰੀ ਭੈਣ ਆਪਣੇ ਨਾਲ ਹੋਏ ਹਾਦਸੇ ਨੂੰ ਸਵੀਕਾਰ ਨਹੀਂ ਕਰ ਪਾ ਰਹੀ ਸੀ। ਉਹ ਤਾਂ ਇੱਕ ਜਿੰਦਾ ਲਾਸ਼ ਦੀ ਤਰ੍ਹਾਂ ਹੋ ਗਈ ਸੀ। ਸਾਡਾ ਸਭ ਦਾ ਵੀ ਬਹੁਤ ਬੁਰਾ ਹਾਲ ਸੀ। ਅਸੀਂ ਇੱਕ ਦੂਜੇ ਤੋਂ ਨਜ਼ਰਾਂ ਚੁਰਾ ਰਹੇ ਸੀ। ਅਸੀਂ ਕਿਸੇ ਨੂੰ ਵੀ ਇਸ ਗੱਲ ਦੀ ਖਬਰ ਨਹੀਂ ਹੋਣ ਦਿੱਤੀ, ਪਰ ਅਜਿਹੀਆਂ ਗੱਲਾਂ ਕਿਸੇ ਤੋਂ ਨਹੀਂ ਲੁਕਦੀਆਂ। ਸਾਡੇ ਨਾ ਚਾਹਣ ਦੇ ਬਾਵਜੂਦ ਵੀ ਲੋਕਾਂ ਨੂੰ ਹੌਲੀ-ਹੌਲੀ ਪਤਾ ਲੱਗਦਾ ਗਿਆ। ਅਸੀਂ ਮੇਰੀ ਭੈਣ ਨੂੰ ਹਸਪਤਾਲ ਤੋਂ ਘਰ ਤਾਂ ਲੈ ਆਏ, ਪਰ ਉਸ ਦੀ ਹਾਲਤ ਬਹੁਤ ਖਰਾਬ ਹੋ ਗਈ ਸੀ। ਉਹ ਕਿਸੇ ਨੂੰ ਆਪਣੇ ਕੋਲ ਨਹੀਂ ਆਉਣ ਦਿੰਦੀ ਸੀ। ਜੇਕਰ ਕੋਈ ਉਸਦੇ ਕਮਰੇ ਵਿੱਚ ਚਲਾ ਜਾਂਦਾ ਤਾਂ ਉਹ ਉੱਚੀ-ਉੱਚੀ ਚੀਕਾਂ ਮਾਰਨ ਲੱਗਦੀ। ਉਸਦੀ ਇਸ ਹਾਲਤ ਦਾ ਜ਼ਿੰਮੇਵਾਰ ਮੈਂ ਆਪਣੇ ਮਾਂ-ਬਾਪ ਨੂੰ ਸਮਝਦੀ ਸੀ। ਮੈਨੂੰ ਆਪਣੇ ਮਾਂ-ਬਾਪ ਬਹੁਤ ਮਤਲਬੀ ਅਤੇ ਲਾਲਚੀ ਮਹਿਸੂਸ ਹੋ ਰਹੇ ਸਨ, ਜੋ ਪੈਸਿਆਂ ਦੇ ਲਾਲਚ ਵਿੱਚ ਆਪਣੀ ਕੁੜੀ ਦੀ ਇੱਜ਼ਤ ਦਾ ਸੌਦਾ ਕਰ ਬੈਠੇ ਸਨ। ਉਹ ਆਪਣੀ ਧੀ ਦੀ ਪਰੇਸ਼ਾਨੀ ਨੂੰ ਮਹਿਸੂਸ ਹੀ ਨਹੀਂ ਕਰ ਸਕੇ ਸਨ ਅਤੇ ਉਸ ਨੂੰ ਜਾਣ-ਬੁੱਝ ਕੇ ਇਸ ਦਲਦਲ ਵਿੱਚ ਧਕੇਲ ਦਿੱਤਾ ਸੀ। ਜਿਵੇਂ-ਜਿਵੇਂ ਗੁਆਂਢੀਆਂ ਨੂੰ ਮੇਰੀ ਭੈਣ ਦੇ ਨਾਲ ਹੋਏ ਹਾਦਸੇ ਦੇ ਬਾਰੇ ਵਿੱਚ ਪਤਾ ਲੱਗ ਰਿਹਾ ਸੀ, ਉਹਨਾਂ ਦੀਆਂ ਕੌੜੀਆਂ ਗੱਲਾਂ ਵਧਣ ਲੱਗੀਆਂ ਸਨ। ਨਾ ਹੀ ਅਸੀਂ ਕਿਸੇ ਨਾਲ ਨਜ਼ਰਾਂ ਮਿਲਾਉਣ ਦੇ ਅਤੇ ਨਾ ਹੀ ਘਰ ਤੋਂ ਬਾਹਰ ਨਿਕਲਣ ਦੇ ਕਾਬਿਲ ਰਹੇ ਸੀ। ਮੰਮੀ ਪਾਪਾ ਆਪਣੀ ਧੀ ਦੀ ਇਹ ਹਾਲਤ ਦੇਖ ਕੇ ਬਹੁਤ ਗੁੰਮ ਰਹਿਣ ਲੱਗੇ ਸਨ। ਪਾਪਾ ਨੇ ਠੀਕ ਹੋਣ ਦੇ ਬਾਵਜੂਦ ਵੀ ਘਰ ਵਿੱਚੋਂ ਬਾਹਰ ਨਿਕਲਣਾ ਬੰਦ ਕਰ ਦਿੱਤਾ ਸੀ। ਉਹ ਕਿਤੇ ਬਾਹਰ ਜਾ ਕੇ ਕੋਈ ਵੀ ਕੰਮ ਕਰਨ ਨੂੰ ਤਿਆਰ ਨਹੀਂ ਸਨ, ਜਿਸ ਕਰਕੇ ਹੌਲੀ-ਹੌਲੀ ਸਾਡੇ ਭੁੱਖੇ ਮਰਨ ਦੀ ਨੌਬਤ ਆਉਣ ਲੱਗੀ। ਦੂਜੇ ਪਾਸੇ ਮੇਰੀ ਭੈਣ ਦਾ ਇਲਾਜ ਵੀ ਚੱਲ ਰਿਹਾ ਸੀ, ਕਿਉਂਕਿ ਉਹ ਹਰ ਵੇਲੇ ਆਪਣੇ ਆਪ ਨੂੰ ਕਿਸੇ ਨਾ ਕਿਸੇ ਬਹਾਨੇ ਮਾਰਨ ਨੂੰ ਤਿਆਰ ਰਹਿੰਦੀ ਸੀ। ਕੋਈ ਉਸਦੇ ਕੋਲ ਰੁਕ ਕੇ ਵੀ ਉਸਦੀ ਦੇਖਭਾਲ ਨਹੀਂ ਕਰ ਸਕਦਾ ਸੀ, ਕਿਉਂਕਿ ਉਸ ਨੂੰ ਕਿਸੇ ਦੀ ਵੀ ਮੌਜੂਦਗੀ ਬਰਦਾਸ਼ਤ ਨਹੀਂ ਹੁੰਦੀ ਸੀ। ਉਹ ਸਭ ਨੂੰ ਮਾਰਨ ਨੂੰ ਭੱਜਦੀ ਸੀ, ਇਸ ਲਈ ਉਸ ਨੂੰ ਹਰ ਵੇਲੇ ਨੀਂਦ ਵਿੱਚ ਹੀ ਰੱਖਣ ਦੀ ਕੋਸ਼ਿਸ਼ ਕੀਤੀ ਜਾਂਦੀ ਸੀ। ਆਪਣੀ ਭੈਣ ਦੀ ਇਹ ਹਾਲਤ ਦੇਖ ਕੇ ਮੈਂ ਖੂਨ ਦੇ ਹੰਝੂ ਰੋਂਦੀ ਰਹਿੰਦੀ ਸੀ। ਕੁਝ ਦਿਨ ਬਾਅਦ ਜਦੋਂ ਮੈਂ ਪਾਪਾ ਨੂੰ ਕਿਹਾ ਕਿ ਹਰਲੀਨ ਨੂੰ ਡਾਕਟਰ ਕੋਲ ਲੈ ਕੇ ਜਾਣਾ ਹੈ, ਤਾਂ ਪਾਪਾ ਨੇ ਮਨਾ ਕਰ ਦਿੱਤਾ ਅਤੇ ਕਿਹਾ ਹੁਣ ਉਹ ਡਾਕਟਰ ਕੋਲ ਨਹੀਂ ਜਾਣਗੇ, ਉਹ ਆਪਣੇ ਆਪ ਠੀਕ ਹੋ ਜਾਵੇਗੀ। ਮੈਂ ਉਹਨਾਂ ਦੀ ਗੱਲ ਸੁਣ ਕੇ ਸਿਰ ਹਿਲਾ ਦਿੱਤਾ ਅਤੇ ਕਿਹਾ ਠੀਕ ਹੈ, ਮੈਂ ਆਪ ਉਸ ਨੂੰ ਡਾਕਟਰ ਕੋਲ ਲੈ ਜਾਵਾਂਗੀ। ਮੇਰੀ ਗੱਲ ਸੁਣ ਕੇ ਪਾਪਾ ਮੇਰੇ ਉੱਪਰ ਗੁੱਸਾ ਹੋਣ ਲੱਗੇ, ਪਰ ਮੈਂ ਜਿੱਦ ਕਰਕੇ ਆਪਣੀ ਭੈਣ ਨੂੰ ਹਸਪਤਾਲ ਲਿਜਾਣ ਲੱਗੀ ਤਾਂ ਮੰਮੀ ਵੀ ਮੇਰੇ ਨਾਲ ਚੱਲਣ ਲੱਗੀ। ਮੇਰੀ ਭੈਣ ਦੀ ਹਾਲਤ ਦੇਖਦੇ ਹੀ ਉਸ ਨੂੰ ਹਸਪਤਾਲ ਵਿੱਚ ਦਾਖਲ ਕਰ ਲਿਆ ਗਿਆ। ਮੇਰੀ ਭੈਣ ਕਿਸੇ ਨੂੰ ਵੀ ਨਹੀਂ ਪਛਾਣਦੀ ਸੀ। ਮੈਨੂੰ ਤਾਂ ਅਜਿਹਾ ਲੱਗ ਰਿਹਾ ਸੀ ਕਿ ਸਮਾਂ ਲੰਘਣ ਦੇ ਨਾਲ-ਨਾਲ ਉਸ ਦੀ ਸਿਹਤ ਵਿੱਚ ਸੁਧਾਰ ਹੋਣ ਦੀ ਬਜਾਏ ਹੋਰ ਵਿਗੜਦੀ ਜਾ ਰਹੀ ਹੈ। ਉਹ ਬਹੁਤ ਡਰੀ ਸਹਿਮੀ ਰਹਿਣ ਲੱਗੀ, ਜਿਸ ਨਾਲ ਮੇਰੀ ਪਰੇਸ਼ਾਨੀ ਵੱਧਦੀ ਜਾ ਰਹੀ ਸੀ। ਮੈਂ ਉਸ ਵੇਲੇ ਆਪਣੇ ਆਪ ਨੂੰ ਬਹੁਤ ਇਕੱਲੀ ਮਹਿਸੂਸ ਕਰ ਰਹੀ ਸੀ। ਮੰਮੀ ਮੇਰੇ ਨਾਲ ਤਾਂ ਸੀ, ਪਰ ਮੈਨੂੰ ਅਜਿਹਾ ਲੱਗਦਾ ਸੀ ਕਿ ਉਹ ਆਪਣੀ ਕੁੜੀ ਦੀ ਤਕਲੀਫ ਨੂੰ ਉਸ ਤਰ੍ਹਾਂ ਮਹਿਸੂਸ ਨਹੀਂ ਕਰ ਰਹੀ, ਜਿਸ ਤਰ੍ਹਾਂ ਮੈਂ ਆਪਣੀ ਭੈਣ ਨੂੰ ਦਰਦ ਵਿੱਚ ਦੇਖ ਕੇ ਤੜਫ ਰਹੀ ਹਾਂ। ਉਹਨਾਂ ਦੇ ਜਜ਼ਬਾਤ ਮੈਨੂੰ ਅਜੀਬ ਲੱਗਦੇ ਸਨ, ਪਰ ਮੈਂ ਸੋਚਦੀ ਸੀ ਕਿ ਇਹ ਸਦਮਾ ਬਹੁਤ ਵੱਡਾ ਹੈ, ਇਹ ਸਭ ਉਸੇ ਦਾ ਅਸਰ ਹੋਵੇਗਾ। ਮੇਰੀ ਭੈਣ ਘਰ ਦੇ ਮੈਂਬਰਾਂ ਨੂੰ ਦੇਖ ਕੇ ਵੀ ਜ਼ੋਰ-ਜ਼ੋਰ ਨਾਲ ਚੀਕਣ ਲੱਗਦੀ ਸੀ। ਉਸ ਨੂੰ ਦੇਖ ਕੇ ਮੇਰੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਸਨ। ਮੈਂ ਉਸ ਨੂੰ ਆਪਣੇ ਗਲ ਨਾਲ ਲਗਾ ਕੇ ਤਸੱਲੀ ਵੀ ਨਹੀਂ ਦੇ ਸਕਦੀ ਸੀ ਕਿ ਮੈਂ ਉਸ ਦੇ ਨਾਲ ਹਾਂ, ਉਹ ਠੀਕ ਹੋ ਜਾਵੇਗੀ ਅਤੇ ਅਸੀਂ ਦੋਵੇਂ ਮਿਲ ਕੇ ਉਹਨਾਂ ਮੁਜਰਮਾਂ ਨੂੰ ਸਜ਼ਾ ਦੇਵਾਂਗੇ। ਇੱਕ ਦਿਨ ਹਸਪਤਾਲ ਦੇ ਡਾਕਟਰ ਨੇ ਮੈਨੂੰ ਇਕੱਲੀ ਨੂੰ ਆਪਣੇ ਕੈਬਿਨ ਵਿੱਚ ਬੁਲਾਇਆ ਅਤੇ ਕਿਹਾ ਕਿ ਜੇਕਰ ਤੂੰ ਆਪਣੀ ਭੈਣ ਨੂੰ ਬਚਾਉਣਾ ਚਾਹੁੰਦੀ ਹੈ ਤਾਂ ਇਸ ਨੂੰ ਕਿਤੇ ਦੂਰ ਲੈ ਜਾ ਜਾਂ ਇਸ ਨੂੰ ਕਿਤੇ ਲੁਕੋ, ਤਾਂ ਜੋ ਕਿਸੇ ਦੀ ਵੀ ਨਜ਼ਰ ਇਸ ਉੱਪਰ ਨਾ ਪਵੇ। ਇਸ ਨੂੰ ਆਪਣੇ ਘਰ ਵਾਲਿਆਂ ਤੋਂ ਦੂਰ ਰੱਖ, ਨਹੀਂ ਤਾਂ ਇੱਕ ਦਿਨ ਇਹ ਮਰ ਜਾਵੇਗੀ। ਮੈਂ ਡਾਕਟਰ ਦੀਆਂ ਇਹ ਗੱਲਾਂ ਸੁਣ ਕੇ ਹੈਰਾਨ ਪਰੇਸ਼ਾਨ ਹੋ ਗਈ ਕਿ ਉਹ ਸਭ ਕੀ ਕਹਿ ਰਹੇ ਹਨ। ਫਿਰ ਮੈਂ ਇਹ ਸੋਚ ਕੇ ਆਪਣੇ ਦਿਲ ਨੂੰ ਤਸੱਲੀ ਦਿੱਤੀ ਕਿ ਸ਼ਾਇਦ ਉਹ ਮੇਰੇ ਮਾਂ-ਬਾਪ ਦੇ ਵਰਤਾਓ ਨੂੰ ਦੇਖ ਕੇ ਇਹ ਸਭ ਕੁਝ ਕਹਿ ਰਹੇ ਹੋਣਗੇ। ਅਸੀਂ ਜ਼ਿਆਦਾ ਦਿਨ ਹਸਪਤਾਲ ਵਿੱਚ ਨਹੀਂ ਰੁਕ ਸਕਦੇ ਸੀ।
ਪਰ ਹਸਪਤਾਲ ਤੋਂ ਛੁੱਟੀ ਹੋਣ ਤੋਂ ਪਹਿਲਾਂ ਮੰਮੀ ਨੇ ਮੈਨੂੰ ਕਿਹਾ ਕਿ ਹੁਣ ਉਹ ਇਸ ਤਰ੍ਹਾਂ ਉਸ ਨੂੰ ਘਰ ਲਿਜਾਉਣ ਲਈ ਤਿਆਰ ਨਹੀਂ। ਮੰਮੀ ਨੇ ਮੈਨੂੰ ਕਿਹਾ ਕਿ ਉਹ ਸਭ ਨੂੰ ਇਹ ਦੱਸਦੇ ਥੱਕ ਚੁੱਕੀ ਹੈ ਕਿ ਉਹਨਾਂ ਦੀ ਕੁੜੀ ਮਰ ਗਈ ਹੈ। ਹੁਣ ਉਹ ਹੋਰ ਜ਼ਿਆਦਾ ਲੋਕਾਂ ਦੀਆਂ ਗੱਲਾਂ ਬਰਦਾਸ਼ਤ ਨਹੀਂ ਕਰ ਸਕਦੀ। ਮੰਮੀ ਦੀ ਇਸ ਗੱਲ ਨਾਲ ਮੇਰਾ ਦਿਲ ਤਾਂ ਬਹੁਤ ਦੁਖਿਆ ਸੀ, ਪਰ ਮੈਂ ਵੀ ਇਸ ਮਾਮਲੇ ਨੂੰ ਦਬਾਉਣਾ ਚਾਹੁੰਦੀ ਸੀ। ਇਸ ਲਈ ਦਿਲ 'ਤੇ ਪੱਥਰ ਰੱਖ ਕੇ ਮੈਂ ਮੰਮੀ ਦੀ ਗੱਲ ਮੰਨ ਲਈ। ਉਸ ਤੋਂ ਬਾਅਦ ਅਸੀਂ ਸੋਚਿਆ ਕਿ ਰਾਤ ਨੂੰ ਅਸੀਂ ਹਰਲੀਨ ਨੂੰ ਘਰ ਲੈ ਜਾਵਾਂਗੇ ਅਤੇ ਆਪਣੇ ਪਲਾਨ ਦੇ ਮੁਤਾਬਕ ਅਸੀਂ ਰਾਤ ਦੇ ਹਨੇਰੇ ਵਿੱਚ ਹਰਲੀਨ ਨੂੰ ਘਰ ਲੈ ਆਏ ਅਤੇ ਕਿਸੇ ਨੂੰ ਕੁਝ ਵੀ ਨਹੀਂ ਪਤਾ ਲੱਗਿਆ। ਅਤੇ ਜਦੋਂ ਘਰ ਵਿੱਚ ਭੁੱਖੇ ਰਹਿਣ ਦੀ ਨੌਬਤ ਆ ਗਈ ਅਤੇ ਪਾਪਾ ਨੇ ਵੀ ਇਸ ਵੱਲ ਬਿਲਕੁਲ ਧਿਆਨ ਨਹੀਂ ਦਿੱਤਾ, ਤਾਂ ਮੈਂ ਕਿਹਾ ਕਿ ਮੈਂ ਕੋਈ ਕੰਮ ਕਰ ਲੈਂਦੀ ਹਾਂ, ਜਿਸ ਨੂੰ ਸੁਣ ਕੇ ਪਾਪਾ ਨੇ ਮੈਨੂੰ ਸਖਤੀ ਨਾਲ ਮਨਾ ਕਰ ਦਿੱਤਾ ਅਤੇ ਦੂਜੇ ਦਿਨ ਆਪ ਕੰਮ 'ਤੇ ਜਾਣ ਲੱਗੇ। ਦੂਜੇ ਪਾਸੇ ਮੇਰੀ ਭੈਣ ਨੂੰ ਕਮਰੇ ਵਿੱਚ ਬੰਦ ਕਰ ਦਿੱਤਾ ਸੀ ਅਤੇ ਕੋਈ ਵੀ ਉਸਦੇ ਕੋਲ ਨਹੀਂ ਜਾਂਦਾ ਸੀ। ਮੈਨੂੰ ਲੱਗਦਾ ਸੀ ਕਿ ਅਸੀਂ ਜੋ ਝੂਠੀਆਂ ਖਬਰਾਂ ਲੋਕਾਂ ਵਿੱਚ ਫੈਲਾਈਆਂ ਹਨ, ਇੱਕ ਦਿਨ ਉਹ ਸੱਚ ਸਾਬਿਤ ਹੋ ਜਾਣਗੀਆਂ, ਕਿਉਂਕਿ ਹਰਲੀਨ ਦੀ ਹਾਲਤ ਕੁਝ ਅਜਿਹੀ ਹੀ ਹੋ ਗਈ ਸੀ। ਮੈਨੂੰ ਆਪਣੇ ਘਰ ਦੇ ਮਾਹੌਲ ਤੋਂ ਬਹੁਤ ਡਰ ਲੱਗਣ ਲੱਗਿਆ ਸੀ। ਮੈਨੂੰ ਆਪਣੇ ਮੰਮੀ ਪਾਪਾ ਵੀ ਪਰਾਏ ਲੱਗਣ ਲੱਗੇ ਸਨ। ਮੈਂ ਆਪਣੇ ਆਪ ਨੂੰ ਬਹੁਤ ਇਕੱਲਾ ਮਹਿਸੂਸ ਕਰ ਰਹੀ ਸੀ। ਮੈਨੂੰ ਲੱਗਦਾ ਸੀ ਕਿ ਮੈਂ ਇੱਕ ਦਿਨ ਪਾਗਲ ਹੋ ਜਾਵਾਂਗੀ। ਘਰ ਵਾਲਿਆਂ ਦਾ ਵਰਤਾਓ ਮੇਰੇ ਨਾਲ ਵੀ ਬਹੁਤ ਅਜੀਬ ਹੋ ਗਿਆ ਸੀ। ਮੈਨੂੰ ਆਪਣੇ ਮਾਂ-ਬਾਪ ਤੋਂ ਡਰ ਲੱਗਣ ਲੱਗਿਆ ਸੀ। ਮੈਨੂੰ ਅਜਿਹਾ ਲੱਗ ਰਿਹਾ ਸੀ ਜਿਵੇਂ ਮੈਂ ਕਿਸੇ ਵੱਡੀ ਬਿਮਾਰੀ ਦਾ ਸ਼ਿਕਾਰ ਹੋ ਗਈ ਹਾਂ। ਆਪਣੇ ਮੰਮੀ ਪਾਪਾ ਨਾਲ ਤਾਂ ਮੇਰਾ ਕੋਈ ਵੀ ਗੱਲ ਕਰਨ ਨੂੰ ਦਿਲ ਨਹੀਂ ਕਰਦਾ ਸੀ। ਸਭ ਆਪਣੇ ਆਪਣੇ ਹਿਸਾਬ ਨਾਲ ਜ਼ਿੰਦਗੀ ਬਿਤਾ ਰਹੇ ਸਨ। ਇਸ ਦੇ ਬਾਵਜੂਦ ਵੀ ਮੰਮੀ ਮੈਨੂੰ ਹਰਲੀਨ ਦੇ ਕੋਲ ਨਹੀਂ ਜਾਣ ਦਿੰਦੀ ਸੀ। ਬਸ ਇਹੀ ਕਹਿੰਦੀ ਸੀ ਕਿ ਉਹ ਤੈਨੂੰ ਕੋਈ ਨੁਕਸਾਨ ਨਾ ਪਹੁੰਚਾਵੇ। ਮੰਮੀ ਆਪ ਹੀ ਉਸ ਨੂੰ ਰੋਟੀ ਪਾਣੀ ਦਿੰਦੀ ਸੀ। ਮੈਨੂੰ ਅਜਿਹਾ ਲੱਗਦਾ ਸੀ ਜਿਵੇਂ ਮੇਰੀ ਭੈਣ ਦਾ ਬਾਹਰੀ ਦੁਨੀਆ ਨਾਲ ਸੰਬੰਧ ਖਤਮ ਹੋ ਚੁੱਕਿਆ ਸੀ। ਇਸ ਵਾਰ ਮੈਂ ਕਿਸੇ ਨੂੰ ਬਿਨਾਂ ਦੱਸੇ ਹੀ ਆਪਣੀ ਪੜ੍ਹਾਈ ਛੱਡ ਦਿੱਤੀ ਅਤੇ ਹੁਣ ਮੈਂ ਵੀ ਆਪਣੇ ਇਸ ਫੈਸਲੇ 'ਤੇ ਪਛਤਾ ਰਹੀ ਸੀ, ਕਿਉਂਕਿ ਘਰ ਵਿੱਚ ਮੇਰਾ ਸਮਾਂ ਬਤੀਤ ਨਹੀਂ ਹੁੰਦਾ ਸੀ। ਮੈਨੂੰ ਲੱਗਦਾ ਸੀ ਕਿ ਮੈਂ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੀ ਹਾਂ। ਆਪਣੀ ਹਾਲਤ ਤੋਂ ਘਬਰਾਉਂਦੇ ਹੋਏ ਮੈਂ ਆਪਣੀ ਮੰਮੀ ਪਾਪਾ ਨਾਲ ਗੱਲ ਕੀਤੀ ਕਿ ਮੈਂ ਦੁਬਾਰਾ ਆਪਣੀ ਪੜ੍ਹਾਈ ਸ਼ੁਰੂ ਕਰਨਾ ਚਾਹੁੰਦੀ ਹਾਂ। ਮੇਰੀ ਗੱਲ ਸੁਣ ਕੇ ਉਹ ਬਹੁਤ ਪਰੇਸ਼ਾਨ ਹੋ ਗਏ। ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਚਿੰਤਾ ਨਾ ਕਰੋ, ਮੈਂ ਬੱਚਿਆਂ ਨੂੰ ਟਿਊਸ਼ਨ ਪੜ੍ਹਾ ਕੇ ਆਪਣਾ ਖਰਚਾ ਕੱਢ ਲਵਾਂਗੀ, ਪਰ ਉਹ ਮੇਰੀ ਗੱਲ ਮੰਨਣ ਲਈ ਤਿਆਰ ਨਹੀਂ ਸਨ। ਮੈਂ ਉਹਨਾਂ ਨੂੰ ਮਨਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ, ਪਰ ਉਹਨਾਂ ਨੇ ਮੈਨੂੰ ਸਖਤੀ ਨਾਲ ਮਨਾ ਕਰ ਦਿੱਤਾ ਸੀ ਕਿ ਮੈਂ ਅੱਗੇ ਪੜ੍ਹਨ ਦਾ ਖਿਆਲ ਆਪਣੇ ਦਿਮਾਗ ਵਿੱਚੋਂ ਕੱਢ ਦੇਵਾਂ। ਮੈਨੂੰ ਰਹਿ ਕੇ ਆਪਣੇ ਹਾਲਾਤਾਂ 'ਤੇ ਦੁੱਖ, ਗੁੱਸਾ ਅਤੇ ਰੋਣਾ ਆ ਰਿਹਾ ਸੀ ਅਤੇ ਅਸੀਂ ਕਿੰਨੇ ਬੇਵੱਸ ਸੀ ਕਿ ਆਪਣੇ ਨਾਲ ਹੋਏ ਇੰਨੇ ਵੱਡੇ ਹਾਦਸੇ ਤੋਂ ਬਾਅਦ ਵੀ ਅਸੀਂ ਉਸ ਮੁਜਰਮ ਨੂੰ ਜਾਣਦੇ ਤੱਕ ਨਹੀਂ ਸੀ ਅਤੇ ਉਸ ਨੂੰ ਉਸਦੇ ਗੁਨਾਹ ਦੀ ਸਜ਼ਾ ਦੇਣ ਤਾਂ ਬਹੁਤ ਦੂਰ ਦੀ ਗੱਲ ਸੀ। ਮੇਰੀ ਭੈਣ ਜਿਸ ਸਕੂਲ ਵਿੱਚ ਪੜ੍ਹਾਉਂਦੀ ਸੀ, ਉਸ ਸਕੂਲ ਨੇ ਤਾਂ ਇਸ ਤਰ੍ਹਾਂ ਚੁੱਪੀ ਸਾਧੀ ਹੋਈ ਸੀ ਜਿਵੇਂ ਉਹਨਾਂ ਨੂੰ ਕੁਝ ਪਤਾ ਹੀ ਨਾ ਹੋਵੇ। ਉਹਨਾਂ ਨੇ ਤਾਂ ਇਹ ਵੀ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਆਖਿਰ ਮੇਰੀ ਭੈਣ ਸਕੂਲ ਵਿੱਚ ਪੜ੍ਹਾਉਣ ਕਿਉਂ ਨਹੀਂ ਆਉਂਦੀ। ਉਹਨਾਂ ਨੇ ਉਸ ਦੀ ਕੋਈ ਵੀ ਖਬਰ ਲੈਣ ਦੀ ਕੋਸ਼ਿਸ਼ ਨਹੀਂ ਕੀਤੀ। ਮੈਂ ਪਾਪਾ ਨੂੰ ਕਿਹਾ ਕਿ ਸਾਨੂੰ ਉਸ ਸਕੂਲ ਅਤੇ ਸਟਾਫ ਉੱਪਰ ਕੇਸ ਕਰਨਾ ਚਾਹੀਦਾ ਹੈ। ਮੇਰੀ ਗੱਲ ਸੁਣ ਕੇ ਪਾਪਾ ਨੇ ਮੈਨੂੰ ਝਿੜਕਦੇ ਹੋਏ ਕਿਹਾ, ਤੂੰ ਆਪਣੀ ਜ਼ੁਬਾਨ ਬੰਦ ਰੱਖ ਅਤੇ ਸਾਡੀਆਂ ਮੁਸ਼ਕਲਾਂ ਨੂੰ ਹੋਰ ਜ਼ਿਆਦਾ ਨਾ ਵਧਾ। ਮੈਨੂੰ ਅਜਿਹਾ ਲੱਗਣ ਲੱਗਿਆ ਸੀ ਜਿਵੇਂ ਉਹ ਮੇਰੀ ਛੋਟੀ ਭੈਣ ਨੂੰ ਤਾਂ ਨਫ਼ਰਤ ਕਰਨ ਹੀ ਲੱਗੇ ਹਨ, ਪਰ ਨਾਲ ਮੇਰੇ ਤੋਂ ਵੀ ਉਖੜੇ ਰਹਿਣ ਲੱਗੇ ਹਨ, ਜਦੋਂ ਕਿ ਇਸ ਸਭ ਵਿੱਚ ਹਰਲੀਨ ਦਾ ਕੋਈ ਕਸੂਰ ਨਹੀਂ ਸੀ। ਉਹ ਵਿਚਾਰੀ ਤਾਂ ਬਹੁਤ ਤਕਲੀਫ ਨਾਲ ਲੜ ਰਹੀ ਸੀ। ਉਸ ਨੂੰ ਹਰ ਪਾਸੇ ਤੋਂ ਤਾਨੇ ਅਤੇ ਕੌੜੀਆਂ ਗੱਲਾਂ ਸੁਣਨ ਨੂੰ ਮਿਲ ਰਹੀਆਂ ਸਨ, ਜਿਨ੍ਹਾਂ ਨੂੰ ਉਹ ਸਮਝ ਨਹੀਂ ਸਕਦੀ ਸੀ, ਕਿਉਂਕਿ ਉਸ ਹਾਦਸੇ ਤੋਂ ਬਾਅਦ ਤਾਂ ਉਹ ਪਾਗਲ ਹੀ ਹੋ ਗਈ ਸੀ। ਮੇਰੀ ਸਿਹਤ ਵੀ ਕੁਝ ਦਿਨਾਂ ਤੋਂ ਖਰਾਬ ਰਹਿਣ ਲੱਗੀ ਸੀ, ਜਿਸ ਕਰਕੇ ਮੰਮੀ ਮੇਰਾ ਸਿਰ ਘੁੱਟਦੀ ਰਹਿੰਦੀ ਸੀ। ਮੈਂ ਖੁਸ਼ ਹੋ ਗਈ ਸੀ ਕਿ ਉਹਨਾਂ ਨੂੰ ਹਲੇ ਵੀ ਮੇਰਾ ਖਿਆਲ ਹੈ। ਉਹਨਾਂ ਦੇ ਦਿਲ ਵਿੱਚ ਹਲੇ ਵੀ ਮੇਰੇ ਲਈ ਪਿਆਰ ਮੌਜੂਦ ਹਨ। ਮੰਮੀ ਮੇਰਾ ਸਿਰ ਅਤੇ ਪੈਰ ਘੁੱਟਦੀ ਰਹਿੰਦੀ ਅਤੇ ਮੈਂ ਆਰਾਮ ਨਾਲ ਸੋ ਜਾਂਦੀ, ਪਰ ਜਿਵੇਂ ਹੀ ਮੈਂ ਦੂਜੇ ਦਿਨ ਸਵੇਰੇ ਉੱਠਦੀ ਤਾਂ ਮੰਮੀ ਮੈਨੂੰ ਇੱਕ ਗੋਲੀ ਖਿਲਾ ਦਿੰਦੀ ਅਤੇ ਕਹਿੰਦੀ ਕਿ ਇਸ ਗੋਲੀ ਨੂੰ ਖਾਣ ਨਾਲ ਤੇਰੀ ਤਬੀਅਤ ਬਿਲਕੁਲ ਠੀਕ ਹੋ ਜਾਵੇਗੀ। ਇਸ ਤਰ੍ਹਾਂ ਬਹੁਤ ਦਿਨ ਲੰਘ ਗਏ, ਪਰ ਮੇਰੀ ਤਬੀਅਤ ਵਿੱਚ ਕੋਈ ਸੁਧਾਰ ਨਹੀਂ ਆ ਰਿਹਾ ਸੀ।
ਬਲਕਿ ਮੇਰੀ ਸਿਹਤ ਵਿਗੜਦੀ ਹੀ ਜਾ ਰਹੀ ਸੀ ਅਤੇ ਮੈਂ ਬਸ ਸੌਂਦੀ ਹੀ ਰਹਿੰਦੀ ਸੀ। ਉਂਝ ਤਾਂ ਮੈਨੂੰ ਕੋਈ ਬਿਮਾਰੀ ਨਹੀਂ ਸੀ, ਪਰ ਇਸ ਦੇ ਬਾਵਜੂਦ ਵੀ ਮੇਰਾ ਸਰੀਰ ਥੱਕਿਆ ਰਹਿੰਦਾ ਸੀ। ਮੈਂ ਸਭ ਕੁਝ ਭੁੱਲਣ ਲੱਗੀ ਸੀ ਅਤੇ ਹੁਣ ਮੈਨੂੰ ਕੁਝ ਵੀ ਯਾਦ ਨਹੀਂ ਰਹਿੰਦਾ ਸੀ ਕਿ ਮੈਂ ਕਦੋਂ ਸੌਂਦੀ ਹਾਂ, ਕਦੋਂ ਉੱਠਦੀ ਹਾਂ, ਕਦੋਂ ਕੀ ਕੰਮ ਕਰਦੀ ਹਾਂ। ਮੈਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ। ਮੈਨੂੰ ਇੰਜ ਲੱਗਦਾ ਸੀ ਜਿਵੇਂ ਮੈਂ ਹਰ ਵੇਲੇ ਨੀਂਦ ਵਿੱਚ ਹਾਂ। ਮੈਂ ਬਹੁਤ ਤੰਗ ਆ ਗਈ ਸੀ। ਮੈਨੂੰ ਅਜਿਹਾ ਲੱਗਦਾ ਸੀ ਜਿਵੇਂ ਕੁਝ ਬੁਰਾ ਹੋਣ ਵਾਲਾ ਹੈ ਜਾਂ ਫਿਰ ਕੁਝ ਬੁਰਾ ਹੋ ਚੁੱਕਿਆ ਹੈ, ਪਰ ਮੈਂ ਆਪਣੀ ਖਰਾਬ ਸਿਹਤ ਕਰਕੇ ਜ਼ਿਆਦਾ ਕੁਝ ਸੋਚ ਨਹੀਂ ਸਕਦੀ ਸੀ। ਮੈਂ ਆਪਣੇ ਦਿਮਾਗ ਉੱਪਰ ਬਹੁਤ ਜ਼ੋਰ ਪਾਉਣ ਦੀ ਕੋਸ਼ਿਸ਼ ਕਰਦੀ ਸੀ, ਪਰ ਮੈਂ ਫਿਰ ਵੀ ਇਸ ਕੋਸ਼ਿਸ਼ ਵਿੱਚ ਨਾਕਾਮ ਰਹਿੰਦੀ ਸੀ। ਮੰਮੀ ਪਾਪਾ ਮੈਨੂੰ ਕੁਝ ਵੀ ਕਰਨ ਨਹੀਂ ਦਿੰਦੇ ਸਨ। ਉਹ ਕਹਿੰਦੇ ਸਨ ਕਿ ਤੂੰ ਆਪਣੇ ਕਮਰੇ ਵਿੱਚ ਜਾ ਕੇ ਆਰਾਮ ਕਰ, ਤੈਨੂੰ ਕੋਈ ਕੰਮ ਕਰਨਾ ਜ਼ਰੂਰੀ ਨਹੀਂ ਹੈ, ਤੂੰ ਜਾ ਕੇ ਆਰਾਮ ਕਰ। ਉਹਨਾਂ ਦੀਆਂ ਇਹ ਗੱਲਾਂ ਸੁਣ ਕੇ ਮੇਰਾ ਦਿਮਾਗ ਖਟਕ ਗਿਆ ਅਤੇ ਮੈਨੂੰ ਲੱਗਿਆ ਜ਼ਰੂਰ ਕੁਝ ਤਾਂ ਗੜਬੜ ਹੈ ਜੋ ਮੇਰੀ ਸਮਝ ਤੋਂ ਬਾਹਰ ਹੈ। ਜ਼ਰੂਰ ਦਾਲ ਵਿੱਚ ਕੁਝ ਕਾਲਾ ਸੀ ਜੋ ਮੈਨੂੰ ਨਜ਼ਰ ਨਹੀਂ ਆ ਰਿਹਾ ਸੀ। ਇਸ ਤੋਂ ਬਾਅਦ ਮੈਂ ਉਸ ਸਮੇਂ ਦਾ ਇੰਤਜ਼ਾਰ ਕੀਤਾ ਜਦੋਂ ਮੰਮੀ ਪਾਪਾ ਦੀ ਨਜ਼ਰ ਮੇਰੇ ਤੋਂ ਹਟੀ। ਮੈਂ ਕੁਝ ਕੈਮਰਿਆਂ ਦਾ ਇੰਤਜ਼ਾਮ ਕਰ ਲਿਆ। ਮੈਂ ਮੰਮੀ ਪਾਪਾ ਦੀਆਂ ਨਜ਼ਰਾਂ ਤੋਂ ਬਚ ਕੇ ਇੱਕ ਕੈਮਰਾ ਉਹਨਾਂ ਦੇ ਕਮਰੇ ਵਿੱਚ ਅਤੇ ਇੱਕ ਆਪਣੇ ਕਮਰੇ ਵਿੱਚ ਲਗਾ ਦਿੱਤਾ। ਹੁਣ ਮੈਂ ਬਸ ਸੱਚ ਜਾਣਨਾ ਚਾਹੁੰਦੀ ਸੀ। ਮੈਂ ਦੇਖਣਾ ਚਾਹੁੰਦੀ ਸੀ ਕਿ ਆਖਰ ਮੇਰੇ ਸੌਣ ਤੋਂ ਬਾਅਦ ਉਹ ਕੀ ਕਰਦੇ ਹਨ। ਪਤਾ ਨਹੀਂ ਇਹ ਕਿਹੋ ਜਿਹਾ ਸਮਾਂ ਆ ਗਿਆ ਹੈ ਕਿ ਮੈਨੂੰ ਆਪਣੇ ਮਾਂ-ਬਾਪ ਉੱਪਰ ਹੀ ਭਰੋਸਾ ਨਹੀਂ ਰਿਹਾ ਸੀ, ਪਰ ਫਿਰ ਵੀ ਮੈਂ ਆਪਣੇ ਦਿਲ ਵਿੱਚ ਇਹੀ ਸੋਚਦੀ ਸੀ ਕਿ ਜਿਵੇਂ ਮੈਂ ਸੋਚ ਰਹੀ ਹਾਂ ਉਸ ਤਰ੍ਹਾਂ ਦਾ ਕੁਝ ਵੀ ਨਾ ਹੋਵੇ ਤਾਂ ਚੰਗਾ ਹੈ। ਕਾਸ਼ ਇਹ ਸਭ ਮੇਰਾ ਵਹਿਮ ਹੋਵੇ ਅਤੇ ਵਹਿਮ ਹੀ ਰਹਿ ਜਾਵੇ, ਪਰ ਅਜਿਹਾ ਕੁਝ ਵੀ ਨਹੀਂ ਹੋਇਆ। ਕੈਮਰੇ ਵਿੱਚ ਉਹ ਸਭ ਕੁਝ ਰਿਕਾਰਡ ਹੋ ਗਿਆ ਜੋ ਮੇਰੇ ਮਾਂ-ਬਾਪ ਕਰ ਰਹੇ ਸਨ ਅਤੇ ਨਾਲ ਹੀ ਉਹਨਾਂ ਦੀਆਂ ਗੱਲਾਂ ਵੀ ਰਿਕਾਰਡ ਹੋ ਗਈਆਂ, ਜਿਸ ਨਾਲ ਮੇਰੇ ਪੈਰਾਂ ਥੱਲੋਂ ਜ਼ਮੀਨ ਹੀ ਨਿਕਲ ਗਈ। ਮੈਨੂੰ ਇੰਜ ਲੱਗ ਰਿਹਾ ਸੀ ਜਿਵੇਂ ਮੈਂ ਮਰਨ ਵਾਲੀ ਹਾਂ। ਮੇਰਾ ਸਰੀਰ ਡਰਦੇ ਮਾਰੇ ਕੰਬ ਰਿਹਾ ਸੀ। ਮੇਰੇ ਆਪਣੇ ਮਾਂ-ਬਾਪ ਨੇ ਮੇਰੀ ਛੋਟੀ ਭੈਣ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਸੀ ਅਤੇ ਇੱਕ ਘਰ ਵਿੱਚ ਰਹਿੰਦੇ ਹੋਏ ਮੈਨੂੰ ਇਸ ਬਾਰੇ ਵਿੱਚ ਕੁਝ ਵੀ ਪਤਾ ਨਹੀਂ ਲੱਗਿਆ। ਮੈਂ ਬਿਲਕੁਲ ਅਣਜਾਣ ਰਹੀ। ਉਹ ਮੈਨੂੰ ਵੀ ਇੰਨਾ ਬੇਵੱਸ ਕਰ ਦੇਣਾ ਚਾਹੁੰਦੇ ਸਨ ਕਿ ਮੈਂ ਬਾਹਰੀ ਦੁਨੀਆ ਤੋਂ ਆਪਣਾ ਸੰਬੰਧ ਖਤਮ ਕਰ ਲਵਾਂ। ਮੈਨੂੰ ਆਪਣੇ ਮਾਂ-ਬਾਪ ਤੋਂ ਅਜਿਹੇ ਜ਼ੁਲਮ ਦੀ ਉਮੀਦ ਬਿਲਕੁਲ ਵੀ ਨਹੀਂ ਸੀ। ਆਖਰ ਉਹ ਆਪਣੀ ਧੀਆਂ ਨਾਲ ਜ਼ੁਲਮ ਕਿਵੇਂ ਕਰ ਸਕਦੇ ਸਨ? ਉਹਨਾਂ ਨੇ ਮੇਰੀ ਛੋਟੀ ਭੈਣ ਨੂੰ ਕਿਉਂ ਮਾਰਿਆ? ਮੈਨੂੰ ਅਜਿਹਾ ਲੱਗ ਰਿਹਾ ਸੀ ਜਿਵੇਂ ਇਹ ਸਭ ਸੋਚ-ਸੋਚ ਕੇ ਮੈਂ ਪਾਗਲ ਹੋ ਜਾਵਾਂਗੀ। ਮੈਨੂੰ ਆਪਣੇ ਸਕੇ ਮਾਂ-ਬਾਪ ਤੋਂ ਹੀ ਜਾਨ ਦਾ ਖਤਰਾ ਸੀ। ਮੇਰੀਆਂ ਅੱਖਾਂ ਵਿੱਚੋਂ ਹੰਝੂ ਵਗਦੇ ਜਾ ਰਹੇ ਸਨ। ਮੈਂ ਆਪਣੇ ਆਪ ਨੂੰ ਕਮਰੇ ਵਿੱਚ ਬੰਦ ਕਰ ਲਿਆ, ਪਰ ਫਿਰ ਮੈਨੂੰ ਲੱਗਿਆ ਕਿ ਇਸ ਤਰ੍ਹਾਂ ਕਮਰੇ ਵਿੱਚ ਬੰਦ ਹੋਣ ਨਾਲ ਕੋਈ ਫਾਇਦਾ ਨਹੀਂ ਹੋਵੇਗਾ। ਮੈਨੂੰ ਉਹਨਾਂ ਨੂੰ ਸਵਾਲ ਕਰਨਾ ਚਾਹੀਦਾ ਹੈ ਕਿ ਆਖਰ ਉਹਨਾਂ ਨੇ ਅਜਿਹਾ ਕਿਉਂ ਕੀਤਾ। ਮੈਂ ਉਹਨਾਂ ਕੋਲ ਜਾ ਕੇ ਸਵਾਲ ਕਰਨ ਲੱਗੀ। ਮੈਨੂੰ ਤਾਂ ਅਜਿਹਾ ਲੱਗ ਰਿਹਾ ਸੀ ਕਿ ਉਹ ਸ਼ਰਮਿੰਦਾ ਹੋਣਗੇ, ਪਰ ਉਹਨਾਂ ਨੇ ਆਰਾਮ ਨਾਲ ਆਪਣਾ ਗੁਨਾਹ ਕਬੂਲ ਕਰ ਲਿਆ ਕਿ ਉਹ ਸੱਚਮੁੱਚ ਹੀ ਇਹ ਸਭ ਕੁਝ ਕਰ ਚੁੱਕੇ ਹਨ। ਫਿਰ ਮੈਂ ਰੋਂਦੇ ਹੋਏ ਉਹਨਾਂ ਤੋਂ ਇਸ ਸਭ ਦਾ ਕਾਰਨ ਪੁੱਛਿਆ ਤਾਂ ਉਹਨਾਂ ਨੇ ਬਹੁਤ ਹੀ ਗੁੱਸੇ ਵਿੱਚ ਜਵਾਬ ਦਿੱਤਾ ਕਿ ਉਹਨਾਂ ਦੀ ਕੁੜੀ ਦੇ ਨਾਲ ਜੋ ਕੁਝ ਹੋਇਆ ਸੀ ਉਸ ਨਾਲ ਉਹ ਇਸ ਦੁਨੀਆ ਵਿੱਚ ਕਿਸੇ ਨੂੰ ਮੂੰਹ ਦਿਖਾਉਣ ਦੇ ਕਾਬਿਲ ਨਹੀਂ ਰਹੇ ਸਨ। ਉਹ ਘਰ ਵਿੱਚੋਂ ਬਾਹਰ ਨਿਕਲਣ ਤੋਂ ਡਰਦੇ ਸਨ, ਇਸ ਲਈ ਉਹਨਾਂ ਨੇ ਆਪਣੀ ਆਜ਼ਾਦੀ ਲਈ ਉਸ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ। ਉਂਝ ਵੀ ਉਸ ਦੀ ਜ਼ਿੰਦਗੀ ਇੱਕ ਜਿਉਂਦੀ ਲਾਸ਼ ਦੀ ਤਰ੍ਹਾਂ ਹੀ ਬਣ ਗਈ ਸੀ ਅਤੇ ਉਹਨਾਂ ਨੂੰ ਮੇਰੇ ਤੋਂ ਵੀ ਖਤਰਾ ਸੀ ਕਿ ਮੈਂ ਵੀ ਹਰਲੀਨ ਦੀ ਤਰ੍ਹਾਂ ਕਿਸੇ ਮੁਸ਼ਕਿਲ ਵਿੱਚ ਨਾ ਪੈ ਜਾਵਾਂ। ਇਸ ਲਈ ਉਹ ਦਿਨ ਰਾਤ ਮੈਨੂੰ ਨਸ਼ੇ ਦੀਆਂ ਗੋਲੀਆਂ ਦਿੰਦੇ ਰਹਿੰਦੇ ਸਨ, ਜਿਸ ਨਾਲ ਮੈਂ ਸੌਂਦੀ ਰਹਿੰਦੀ ਸੀ ਤਾਂ ਜੋ ਮੈਂ ਉਹਨਾਂ ਦਾ ਕੰਮ ਖਰਾਬ ਨਾ ਕਰ ਦੇਵਾਂ। ਉਹ ਆਪਣੀਆਂ ਕੁੜੀਆਂ ਕਰਕੇ ਕਿਸੇ ਸਾਹਮਣੇ ਨਜ਼ਰਾਂ ਨਹੀਂ ਚੁੱਕ ਸਕਦੇ ਸਨ। ਉਹਨਾਂ ਦਾ ਇਰਾਦਾ ਆਪਣੀਆਂ ਦੋਨਾਂ ਕੁੜੀਆਂ ਨੂੰ ਖਤਮ ਕਰ ਦੇਣ ਦਾ ਸੀ। ਉਹ ਬਸ ਆਪਣੇ ਮੁੰਡੇ ਨਾਲ ਹੀ ਜ਼ਿੰਦਗੀ ਗੁਜ਼ਾਰਨਾ ਚਾਹੁੰਦੇ ਸਨ। ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਕਿਹੋ ਜਿਹੇ ਮਾਂ-ਬਾਪ ਹੋ ਜਿਨ੍ਹਾਂ ਵਿੱਚ ਦਿਲ ਦੀ ਜਗ੍ਹਾ ਪੱਥਰ ਹੈ। ਤੁਹਾਡੀ ਧੀ ਜਿਸ ਨਾਲ ਅਤਿਆਚਾਰ ਹੋਇਆ, ਤੁਸੀਂ ਉਸ ਦੇ ਅਤਿਆਚਾਰ ਦਾ ਬਦਲਾ ਲੈਣ ਦੀ ਬਜਾਏ ਉਸ ਦੀ ਹੀ ਜਾਨ ਦੇ ਦੁਸ਼ਮਣ ਬਣ ਗਏ ਅਤੇ ਮੇਰੇ ਨਾਲ ਤਾਂ ਅਜਿਹਾ ਕੁਝ ਵੀ ਨਹੀਂ ਹੋਇਆ ਸੀ ਜੋ ਤੁਸੀਂ ਮੈਨੂੰ ਵੀ ਖਤਮ ਕਰ ਦੇਣਾ ਚਾਹੁੰਦੇ ਸੀ। ਤੁਸੀਂ ਤਾਂ ਮਾਂ-ਬਾਪ ਕਹਾਉਣ ਦੇ ਵੀ ਕਾਬਿਲ ਨਹੀਂ ਹੋ। ਤੁਸੀਂ ਸਾਡੇ ਸਭ ਤੋਂ ਵੱਡੇ ਦੁਸ਼ਮਣ ਹੋ। ਮੇਰੀ ਭੈਣ ਤਾਂ ਤੁਹਾਡਾ ਸਾਥ ਨਿਭਾਉਣ ਲਈ ਕੁਝ ਵੀ ਕਰਨ ਨੂੰ ਤਿਆਰ ਸੀ,
ਤੁਸੀਂ ਉਸ ਦੀ ਚੰਗਿਆਈ ਦਾ ਇਹ ਸਿਲਾ ਦਿੱਤਾ ਕਿ ਉਸ ਨੂੰ ਜਾਨ ਤੋਂ ਹੀ ਮਾਰ ਦਿੱਤਾ। ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ। ਤੁਸੀਂ ਕਿਤੇ ਦੂਰ ਚਲੇ ਜਾਂਦੇ, ਕਿਸੇ ਦੂਜੇ ਸ਼ਹਿਰ ਵਿੱਚ ਚਲੇ ਜਾਂਦੇ, ਜਿੱਥੇ ਸਾਨੂੰ ਕੋਈ ਵੀ ਨਾ ਜਾਣਦਾ ਹੁੰਦਾ। ਅਸੀਂ ਉੱਥੇ ਜਾ ਕੇ ਰਹਿ ਸਕਦੇ ਸੀ, ਇੱਕ ਨਵੀਂ ਜ਼ਿੰਦਗੀ ਸ਼ੁਰੂ ਕਰ ਸਕਦੇ ਸੀ। ਉਹ ਵਿਚਾਰੀ ਤਾਂ ਨੌਕਰੀ ਛੱਡਣਾ ਚਾਹੁੰਦੀ ਸੀ, ਪਰ ਫਿਰ ਤੁਸੀਂ ਲਾਲਚ ਵਿੱਚ ਉਸ ਨੂੰ ਨੌਕਰੀ ਨਾ ਛੱਡਣ ਲਈ ਮਜਬੂਰ ਕਰ ਦਿੱਤਾ। ਪਾਪਾ ਨੇ ਆਪਣੀ ਬਿਮਾਰੀ ਦਾ ਬਹਾਨਾ ਬਣਾਇਆ। ਹੁਣ ਮੈਂ ਤੁਹਾਡੇ ਨਾਲ ਨਹੀਂ ਰਹਿਣਾ ਚਾਹੁੰਦੀ। ਮੈਂ ਤੁਹਾਨੂੰ ਚੰਗੀ ਤਰ੍ਹਾਂ ਜਾਣ ਚੁੱਕੀ ਹਾਂ। ਮੈਂ ਕਿਸੇ ਹੋਸਟਲ ਵਿੱਚ ਜਾ ਕੇ ਰਹਾਂਗੀ ਅਤੇ ਕੁਝ ਬਣ ਕੇ ਆਪਣੀ ਭੈਣ ਦੇ ਮੁਜਰਮਾਂ ਨੂੰ ਸਜ਼ਾ ਦੇਵਾਂਗੀ। ਮੇਰੀ ਗੱਲ ਸੁਣ ਕੇ ਮੇਰੇ ਮਾਂ-ਬਾਪ ਘਬਰਾ ਗਏ ਅਤੇ ਮੈਨੂੰ ਫੜ ਕੇ ਕਮਰੇ ਵਿੱਚ ਬੰਦ ਕਰਨ ਦੀ ਕੋਸ਼ਿਸ਼ ਕੀਤੀ, ਪਰ ਮੈਂ ਉਹਨਾਂ ਤੋਂ ਆਪਣੇ ਆਪ ਨੂੰ ਛੁਡਾ ਕੇ ਭੱਜ ਗਈ। ਮੈਂ ਇੱਕ ਦਿਨ ਵਾਪਸ ਆਉਣਾ ਸੀ, ਕਿਉਂਕਿ ਮੈਂ ਕੁਝ ਬਣਨਾ ਚਾਹੁੰਦੀ ਸੀ ਅਤੇ ਉਹਨਾਂ ਲੋਕਾਂ ਦੀ ਸੱਚਾਈ ਸਭ ਦੇ ਸਾਹਮਣੇ ਲਿਆਉਣਾ ਚਾਹੁੰਦੀ ਸੀ ਅਤੇ ਆਪਣੀ ਭੈਣ ਨੂੰ ਇਨਸਾਫ ਦਿਵਾਉਣਾ ਚਾਹੁੰਦੀ ਸੀ। ਮੈਂ ਆਪਣੇ ਆਪ ਨੂੰ ਮਜ਼ਬੂਤ ਕਰਕੇ ਰਾਤ ਦੇ ਹਨੇਰੇ ਵਿੱਚ ਰੌਸ਼ਨੀ ਦੀ ਭਾਲ ਲਈ ਨਿਕਲ ਗਈ। ਮੈਂ ਸੋਚਿਆ ਕਿ ਜੇਕਰ ਉਹ ਆਪਣੀ ਗਲਤੀ ਦੀ ਮਾफ़ੀ ਮੰਗ ਲੈਣਗੇ ਤਾਂ ਮੈਂ ਉਹਨਾਂ ਨੂੰ ਮਾफ़ ਕਰ ਦੇਵਾਂਗੀ, ਪਰ ਉਹ ਇੰਨੇ ਬੇਰਹਿਮ ਸੀ ਕਿ ਮੈਨੂੰ ਇਹ ਕਦਮ ਚੁੱਕਣਾ ਪਿਆ। ਮੈਂ ਆਪਣੇ ਮਾਂ-ਬਾਪ ਨੂੰ ਦੁਨੀਆ ਦੇ ਸਾਹਮਣੇ ਜਲੀਲ ਤਾਂ ਨਹੀਂ ਕਰਨਾ ਚਾਹੁੰਦੀ ਸੀ, ਪਰ ਜੋ ਕੁਝ ਉਹਨਾਂ ਨੇ ਮੇਰੀ ਭੈਣ ਨਾਲ ਕੀਤਾ ਸੀ ਉਸ ਦੇ ਲਈ ਸ਼ਾਇਦ ਉਹਨਾਂ ਨੂੰ ਸਜ਼ਾ ਦਿਵਾਉਣਾ ਬਹੁਤ ਜ਼ਰੂਰੀ ਸੀ। ਖੈਰ, ਇਹ ਸਭ ਕੁਝ ਸੋਚਦੇ ਹੋਏ ਮੈਂ ਘਰ ਤੋਂ ਨਿਕਲ ਤਾਂ ਗਈ, ਪਰ ਮੇਰੇ ਕੋਲ ਰਹਿਣ ਦਾ ਕੋਈ ਵੀ ਆਸਰਾ ਨਹੀਂ ਸੀ। ਉਸੇ ਵੇਲੇ ਮੈਨੂੰ ਯਾਦ ਆਇਆ ਕਿ ਮੇਰੀ ਇੱਕ ਸਹੇਲੀ ਸੀ ਜੋ ਮੇਰੇ ਨਾਲ ਪੜ੍ਹਦੀ ਸੀ। ਮੈਂ ਉਸ ਨੂੰ ਫ਼ੋਨ ਕੀਤਾ। ਮੈਨੂੰ ਸਿਰਫ ਇੰਨਾ ਪਤਾ ਸੀ ਕਿ ਉਹ ਇੱਕ ਜਰਨਲਿਸਟ ਦਾ ਕੋਰਸ ਕਰਨਾ ਚਾਹੁੰਦੀ ਸੀ, ਪਰ ਇਹ ਬਹੁਤ ਦੇਰ ਪਹਿਲਾਂ ਦੀ ਗੱਲ ਸੀ। ਹਾਲਾਂਕਿ ਮੇਰੇ ਕੋਲ ਉਸ ਦਾ ਨੰਬਰ ਸੀ। 2 ਵਾਰ ਬੈਲ ਵੱਜੀ ਅਤੇ ਉਸਨੇ ਫ਼ੋਨ ਚੁੱਕ ਲਿਆ। ਮੈਂ ਉਸ ਨਾਲ ਗੱਲ ਕੀਤੀ। ਉਸਨੇ ਪਹਿਲੀ ਹੀ ਵਾਰ ਵਿੱਚ ਮੈਨੂੰ ਪਛਾਣ ਲਿਆ। ਮੈਂ ਉਸ ਦਾ ਪਤਾ ਪੁੱਛਿਆ ਅਤੇ ਆਪਣੀ ਸਾਰੀ ਪਰੇਸ਼ਾਨੀ ਦੱਸੀ। ਉਸਨੇ ਤੁਰੰਤ ਮੈਨੂੰ ਆਪਣੇ ਘਰ ਬੁਲਾਇਆ। ਉਹ ਜਿੱਥੇ ਨੌਕਰੀ ਕਰਦੀ ਸੀ ਉਸਨੇ ਆਪਣੇ ਦਫ਼ਤਰ ਦੇ ਨੇੜੇ ਹੀ ਇੱਕ ਕਮਰਾ ਲਿਆ ਹੋਇਆ ਸੀ। ਉਹ ਇਕੱਲੀ ਹੀ ਰਹਿੰਦੀ ਸੀ। ਮੈਂ ਉੱਥੇ ਪਹੁੰਚੀ। ਉਸਨੇ ਮੈਨੂੰ ਰੋਟੀ ਖਿਲਾਈ। ਫਿਰ ਉਸਨੂੰ ਮੈਂ ਆਪਣੇ ਨਾਲ ਹੋਈ ਸਾਰੀ ਵਾਰਦਾਤ ਦੱਸੀ ਅਤੇ ਇਹ ਵੀ ਦੱਸਿਆ ਕਿ ਮੇਰੀ ਭੈਣ ਨਾਲ ਕੀ ਜ਼ੁਲਮ ਹੋਏ ਸਨ। ਸਭ ਕੁਝ ਸੁਣਨ ਤੋਂ ਬਾਅਦ ਉਸਨੇ ਮੈਨੂੰ ਕਿਹਾ ਕਿ ਮੈਂ ਤੇਰੀ ਮਦਦ ਕਰਾਂਗੀ। ਉਸਦਾ ਕੋਈ ਦੋਸਤ ਪੁਲਿਸ ਵਿੱਚ ਅਫਸਰ ਸੀ। ਅਗਲੇ ਦਿਨ ਉਹ ਮੈਨੂੰ ਆਪਣੇ ਦੋਸਤ ਕੋਲ ਲੈ ਗਈ। ਮੈਂ ਉਸ ਪੁਲਿਸ ਅਫਸਰ ਨੂੰ ਸਾਰੀ ਗੱਲ ਦੱਸੀ ਅਤੇ ਉਸਨੇ ਤੁਰੰਤ ਹੀ ਆਪਣੇ ਕਰਮਚਾਰੀਆਂ ਨੂੰ ਨਾਲ ਲੈ ਕੇ ਮੇਰੇ ਘਰ ਉੱਪਰ ਧਾਵਾ ਬੋਲ ਦਿੱਤਾ। ਮੇਰੇ ਮਾਂ-ਬਾਪ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਸ ਤੋਂ ਬਾਅਦ ਉਸ ਸਕੂਲ ਉੱਪਰ ਵੀ ਪੁਲਿਸ ਨੇ ਰੇਡ ਮਾਰੀ। ਉਸ ਸਕੂਲ ਦੇ ਸਾਰੇ ਦੋਸ਼ੀ ਟੀਚਰਾਂ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਸੁੱਟ ਦਿੱਤਾ ਗਿਆ ਅਤੇ ਕੁਝ ਦੇਰ ਬਾਅਦ ਉਸ ਸਕੂਲ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ। ਮੇਰੇ ਮਾਂ-ਬਾਪ ਨੂੰ ਵੀ ਮੇਰੀ ਭੈਣ ਨੂੰ ਮਾਰਨ ਦੇ ਜੁਰਮ ਵਿੱਚ ਅਤੇ ਮੈਨੂੰ ਮਾਰਨ ਦੀ ਕੋਸ਼ਿਸ਼ ਦੇ ਜੁਰਮ ਵਿੱਚ 10 ਸਾਲ ਦੀ ਸਜ਼ਾ ਸੁਣਾਈ ਗਈ। ਹਾਲਾਂਕਿ ਹੁਣ ਇਸ ਗੱਲ ਨੂੰ ਬਹੁਤ ਸਮਾਂ ਗੁਜ਼ਰ ਚੁੱਕਿਆ ਹੈ, ਪਰ ਫਿਰ ਵੀ ਮੈਂ ਹਾਲੇ ਇਸ ਹਾਦਸੇ ਵਿੱਚੋਂ ਬਾਹਰ ਨਹੀਂ ਨਿਕਲ ਸਕੀ ਹਾਂ। ਮੈਂ ਕੋਸ਼ਿਸ਼ ਕਰ ਰਹੀ ਹਾਂ ਆਪਣੀ ਜ਼ਿੰਦਗੀ ਵਿੱਚ ਅੱਗੇ ਵਧਣ ਦੀ ਅਤੇ ਕੁਝ ਚੰਗਾ ਕਰਨ ਦੀ। ਮੈਂ ਤੁਹਾਨੂੰ ਸਭ ਨੂੰ ਵੀ ਇਹੀ ਕਹਿਣਾ ਚਾਹੁੰਦੀ ਹਾਂ ਕਿ ਜੇਕਰ ਕਦੇ ਤੁਹਾਡੇ ਨਾਲ ਕੋਈ ਜ਼ੁਲਮ ਜ਼ਿਆਦਤੀ ਹੋਵੇ, ਤੁਸੀਂ ਵੀ ਕੁਝ ਅਜਿਹਾ ਦੇਖੋ, ਉਸ ਦੇ ਬਾਰੇ ਵਿੱਚ ਤੁਰੰਤ ਕਾਰਵਾਈ ਕਰੋ, ਤਾਂ ਜੋ ਤੁਹਾਡੇ ਵਰਗੇ ਹੋਰ ਲੋਕ ਇਸ ਖੇਲ ਦਾ ਸ਼ਿਕਾਰ ਹੋ ਕੇ ਆਪਣੀ ਜਾਨ ਨਾ ਗਵਾ ਦੇਣ। ਤਾਂ ਦੋਸਤੋ, ਇਹ ਸੀ ਸਾਡੀ ਅੱਜ ਦੀ ਕਹਾਣੀ। ਉਮੀਦ ਕਰਦੇ ਹਾਂ ਕਿ ਤੁਹਾਨੂੰ ਪਸੰਦ ਆਈ ਹੋਵੇਗੀ। ਤੁਹਾਡਾ ਕੀ ਕਹਿਣਾ ਹੈ ਇਸ ਕਹਾਣੀ ਦੇ ਬਾਰੇ ਵਿੱਚ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ। ਵੀਡੀਓ ਨੂੰ ਲਾਈਕ ਕਰ ਦਿਓ ਅਤੇ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ। ਮਿਲਦੇ ਹਾਂ ਤੁਹਾਨੂੰ ਅਗਲੀ ਵੀਡੀਓ ਵਿੱਚ। ਤਦ ਤੱਕ ਲਈ ਧੰਨਵਾਦ।